वेरी गुड इवनिंग गाइस। आज आप करने जा रहे हैं नंबर थ्योरी का डे नंबर 2। डे 1 हो चुका है जी नंबर थ्योरी का। कल आप बहुत ही इंपोर्टेंट कंसैप्ट थ्योरम्स कीतियां ਸੀਗੀਆਂ ਤੇ ਥਿਓਰਮ ਦੇ ਬੇਸ ਤੇ ਹੀ ਆਪਣੇ ਐਮਸੀਕਿਊ ਜਿਹੜੇ ਹੈਗੇ ਨੇ ਉਹ ਬਣਦੇ ਨੇ। ਤਾਂ ਜਲਦੀ ਨਾਲ ਕਲਾਸ ਦੇ ਵਿੱਚ ਆ ਜਾਓ, ਜੁੜ ਜਾਓ ਜੀ। ਕਲਾਸ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ, ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਜਿਵੇਂ ਜਿਵੇਂ ਆ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਫਰੈਂਡਸ ਨਾਲ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟ ਜਿਹੜੇ ਹੈਗੇ ਨੇ ਉਹ ਜੁੜ ਸਕਣ ਜੀ। क्लास शुरू करने तो पहला प्लीज़ एक बार दस दो कि ऑडियो वीडियो बिल्कुल क्लियर है, ओके है, सही सुनाई दे रहा है और बिल्कुल सही दिखाई दे रहा है। अगर ओके है तो प्लीज़ डन लिख दो, जैस लिख दो अगर सही है सारा कुछ। फिर आप शुरू करते हैं अपनी अज की क्लास जी। पोस्टा आने के आसार है बने हुए ने। कल नोटिफिकेशन बैकलॉग का आ चुका है। एक एक्स सर्विसमैन जनरल पोस्टा ने, BC SC का कुछ भी नहीं है, सिर्फ एक्स सर्विसमैन जनरल ਤੇ BC ਤੇ ਬਾਕੀ ਉਹ ਜਿਹੜੇ ਆ ਔਰਥੋ ਵਾਲੇ ਹੁੰਦੇ ਨੇ, ਮਤਲਬ ਫਿਜ਼ੀਕਲੀ ਹੈਂਡੀਕੈਪਟ ਉਹਨਾਂ ਲਈ। ਠੀਕ ਹੈ ਜੀ। ਤਾਂ ਜਨਰਲ ਲਈ ਵੀ ਪੋਸਟਾਂ ਆ ਸਕਦੀਆਂ ਨੇ ਬਹੁਤ ਜਲਦੀ, ਕੁਝ ਕਹਿ ਨਹੀਂ ਸਕਦੇ। ਆਪਾਂ ਨੂੰ ਆਪਣੀ ਤਿਆਰੀ ਇਸ ਤਰ੍ਹਾਂ ਹੀ ਜਾਰੀ ਰੱਖਣੀ ਚਾਹੀਦੀ ਹੈ ਜਦੋਂ ਵੀ ਪੋਸਟਾਂ ਆਉਣ, ਤਾਂ ਕਿ ਆਪਾਂ ਜੋਬ ਲੈ ਸਕੀਏ। ਠੀਕ ਹੈ ਜੀ, ਚਲੋ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ। ਬਹੁਤਾ ਟਾਈਮ ਨਹੀਂ ਵੇਸਟ ਕਰਦੇ। ਇਹ ਕੰਮ ਆਪਣਾ ਸਾਰਾ ਹੋ ਚੁੱਕਿਆ ਜੀ ਕੱਲ ਡੇ 1 ਦੇ ਅੰਦਰ। ਇੱਥੋਂ ਤੱਕ ਆਪਣਾ ਕੰਮ ਸੀਗਾ ਜਿਹੜਾ ਹੋ ਚੁੱਕਿਆ ਸੀਗਾ ਜੀ। तो आप अज मूव करते हैं अगे। आप GCD एंड LCM कर लिया सीगा। अज आप उन्हां दे बेस ते थ्योरम्स करनियां ने। GCD एंड LCM अपना कल हो चुका सीगा जी। उन्हां दे बेस ते हुण अज आपां की करनियां ने, थ्योरम्स करनियां। तो थ्योरम नंबर जिहड़ी 1 हैगी है इन्हां दे बेस ते ओह की हैगी है, आपां कल की कीता सीगा, A इज इक्वल टू BQ प्लस R। ये कीता सी डिवीजन एल्गोरिथम च, A इज इक्वल टू BQ प्लस R। ਦੈਨ ਇੱਥੋਂ ਜਿਹੜਾ ਇੱਕ ਰਿਜ਼ਲਟ ਬਣਦਾ ਹੈ, ਇਹ MCQ ਆਪਣੇ ਐਗਜ਼ਾਮ ਦੇ ਵਿੱਚ ਆਇਆ ਹੋਇਆ। ਦੈਨ ਕੀ ਹੋਏਗਾ, A ਤੇ B ਦਾ GCD ਕਿਹਦੇ ਕੋਲ ਹੋਏਗਾ, B ਤੇ R ਦੇ GCD। ਇਹ MCQ ਆਪਣੇ ਐਗਜ਼ਾਮ ਦੇ ਵਿੱਚ ਆਇਆ ਹੋਇਆ ਜੀ। ਆਪਾਂ ਨੂੰ A ਇਜ਼ ਇਕੁਅਲ ਟੂ BQ R ਦਿੱਤਾ ਸੀਗਾ। ਦੈਨ ਆਪਸ਼ਨ ਸੀਗੀਆਂ ਨੀਚੇ, A ਤੇ B ਦਾ GCD, ਯਾਨੀ ਕਿ A ਤੇ B ਦਾ ਜਿਹੜਾ GCD ਹੋਏਗਾ ਆਪਣੇ ਕੋਲ, ਉਹ ਕਿਹਦੇ ਕੋਲ ਹੋਏਗਾ, B ਤੇ R ਦੇ GCD। ठीक है जी। तो एग्जाम्पल आप जिमें तुहानूं पता ही है कि आप हर एक चीज़ जिहड़ी हैगी नंबर थ्योरी दे विच ओह एग्जाम्पल नाल कर रहे हैं, तो आप इहदा भी एग्जाम्पल करांगे। देखो जी किवें, आप एग्जाम्पल लैंदे एक 51 नूं आपां की लिख सकते हैं, 7 इंटू 7 प्लस 2 ये लिख सकते हैं। तो हम ए अपने कोल कितना हो गया 51। ठीक है जी। बी कितना हो गया 7, क्वेश्चन कितना हो गया 7, रिमाइंडर कितना हो गया 2। सब तो पहला A ਤੇ B ਦਾ GCD यही आना चाहिए, इक्वल टू अपने आना चाहिए B ਤੇ R ਦਾ GCD। A ਤੇ B ਦਾ GCD यानी कि 51 ਤੇ 7 ਦਾ GCD इज इक्वल टू B यानी कि 7 ਤੇ R ਦਾ GCD। देखो ਇਹਦਾ GCD भी कितना 1, ਇਹਦਾ GCD भी कितना 1, दोनों इक्वल ने। तो इत्थों आप अप्लाइज कर सकते हैं AB इक्वल टू BR। ਇਹ ਬਹੁਤ ਹੀ ਇੰਪੋਰਟੈਂਟ ਰਿਜ਼ਲਟ ਹੈ ਐਗਜ਼ਾਮ ਦੇ ਵਿੱਚ। 3504 ਦੇ ਵਿੱਚ ਇੱਕ ਕੁਐਸਚਨ ਆਪਾਂ ਨੂੰ ਪੁੱਛਿਆ ਗਿਆ ਸੀ। ਠੀਕ ਹੈ ਜੀ, ਕਲੀਅਰ ਗੱਲ, ਕਲੀਅਰ ਹੋ ਗਿਆ ਜੀ। मूव करिए ਅੱਗੇ। अगर डन है क्लीयर हो गया तो प्लीज दस दो एक बार, फिर आप मूव करते हैं। ठीक है जी। नैक्सट अपने को आती है गॉस थ्योरम। इंपोर्टेंट थ्योरम है जी गॉस थ्योरम। की कहती है गॉस थ्योरम, इफ जिन्नियां भी आप थ्योरमां करांगे सारे दे सारे अपने MCQ ही ने। इफ A डिवाइड करता BC ਨੂੰ, B ਤੇ C ਕੋਈ ਨੰਬਰ ਨੇ, ਯਾਨੀ ਕਿ ਉਹਨਾਂ ਦੀ ਮਲਟੀਪਲਾਈ ਹੈ B ਤੇ C ਦੀ, ਉਹਨਾਂ ਨੂੰ ਕਿਉਂ ਡਿਵਾਈਡ ਕਰ ਰਿਹਾ, A ਡਿਵਾਈਡ ਕਰ ਰਿਹਾ। ਐਂਡ ਆਪਣੇ ਕੋਲ ਕੀ ਹੈ, A ਤੇ B ਦਾ ਜਿਹੜਾ GCD ਹੈ ਉਹ 1 ਗਿਵਨ। ਇੱਕ ਤਾਂ A ਹੈਗਾ ਡਿਵਾਈਡ ਕਰਦਾ BC ਨੂੰ, A ਤੇ B ਦਾ GCD 1 ਗਿਵਨ ਹੈ। ਦੈਨ ਆਪਣੇ ਕੋਲ ਕੀ ਰਿਜ਼ਲਟ ਆਏਗਾ ਜੀ, ਕੀ ਰਿਜ਼ਲਟ ਆਏਗਾ, A ਫਿਰ ਡਿਵਾਈਡ ਕਰੇਗਾ C ਨੂੰ।
ਆ ਰਿਜ਼ਲਟ ਆਪਣੇ ਕੋਲ ਆਏਗਾ। A ਡਿਵਾਈਡ ਕਰੇਗਾ C ਨੂੰ। ਦੇਖ ਲਓ ਜੀ, ਆਪਾਂ ਹਰ ਇੱਕ ਚੀਜ਼ ਐਗਜ਼ਾਮਪਲ ਨਾਲ ਹੀ ਕਰ ਰਹੇ ਹਾਂ, ਰੈਕਟਾ ਨਹੀਂ ਲਗਾਉਣਾ ਬਿਲਕੁਲ। ਤਾਂ A ਆਪਾਂ 2 ਲੈ ਲਓ, ਠੀਕ ਹੈ ਜੀ। B ਹੁਣ ਆਪਾਂ ਕੋਈ ਐਜ਼ਾ ਨੰਬਰ ਲੈਣਾ ਜਿਹਦਾ ਨਾਲ A ਦਾ GCD 1 ਬਣੇ। A ਅਗਰ ਆਪਾਂ 2 ਲੈਤਾ ਤਾਂ B ਆਪਾਂ 3 ਲੈ ਲੈਂਦੇ ਹਾਂ, ਠੀਕ ਹੈ ਜੀ। B ਆਪਾਂ 4 ਨਹੀਂ ਲੈ ਸਕਦੇ ਕਿਉਂਕਿ ਫਿਰ GCD 2 ਹੋ ਜਾਏਗਾ, ਤਾਂ GCD ਆਪਾਂ 1 ਬਣਾਉਣਾ ਹੈ, B 3 ਲੈ ਲਿਆ। C ਕੁਛ ਵੀ ਲੈ ਲਓ, C ਤੁਸੀਂ 4 ਲੈ ਲਓ, ਠੀਕ ਹੈ ਜੀ, C 4 ਲੈ ਲਓ। ਤਾਂ ਹੁਣ ਦੇਖੋ, यानी कि 2 ਤੇ 3 ਦਾ GCD, A ਤੇ B ਦਾ GCD 1, ਤਾਂ ਕਰ ਦੋ ਜੀ 2 into 3 into 4, ਤਾਂ ਇਹ ਕਿੰਨਾ ਆ ਗਿਆ ਦੇਖੋ। A ਕਿਹਨੂੰ ਡਿਵਾਈਡ ਕਰ ਰਿਹਾ ਫਿਰ C ਨੂੰ, यानी कि 2 ਡਿਵਾਈਡ ਕਰ ਰਿਹਾ 4 ਨੂੰ। ਤਾਂ ਇਹੀ ਆਪਣੇ ਕੋਲ ਰਿਜ਼ਲਟ ਬਣੇ, ਕਿ ਕਿਸੇ ਨਾ ਕਿਸੇ ਨੂੰ ਤਾਂ ਡਿਵਾਈਡ ਕਰੇਗਾ। ਅਗਰ ਉਹ B ਨੂੰ ਨਹੀਂ ਡਿਵਾਈਡ ਕਰ ਰਿਹਾ ਤਾਂ ਫਿਰ ਇਹਦਾ ਮਤਲਬ ਕੀ ਆ, ਉਹਨੂੰ C ਨੂੰ ਡਿਵਾਈਡ ਕਰੇਗਾ, ਠੀਕ ਹੈ ਜੀ। ਅਗਰ A ਤੇ B ਦਾ GCD 1 ਹੈ ਤਾਂ ਉਹ B C ਨੂੰ ਡਿਵਾਈਡ ਕਰੇਗਾ। ਅਗਰ ਇੱਥੇ ਹੀ ਆਪਣੇ ਕੋਲ ਇਸ ਦੇ ਕੁਐਸਚਨ ਦੇ ਵਿੱਚ A ਤੇ C ਦਾ GCD 1 ਹੁੰਦਾ, ਫਿਰ ਆਪਣੇ ਕੋਲ ਰਿਜ਼ਲਟ ਹੋ ਜਾਣਾ ਸੀ A ਡਿਵਾਈਡ ਕਰੇਗਾ B ਨੂੰ। ਤਾਂ ਵੀ ਬਣ ਸਕਦਾ ਸੀਗਾ ਜੀ, A ਡਿਵਾਈਡ ਕਰੇਗਾ B ਨੂੰ। ਅਗਰ A ਤੇ C ਦਾ GCD 1 ਹੈ, A ਤੇ B ਦਾ GCD 1 ਹੈ ਤਾਂ A ਡਿਵਾਈਡ ਕਰੇਗਾ C ਨੂੰ। ਅਗਰ A ਤੇ C ਦਾ GCD 1 ਹੈ, A ਡਿਵਾਈਡ ਕਰੇਗਾ B। ਕਲੀਅਰ, ਠੀਕ ਹੈ ਜੀ। ਗੌਸ ਥਿਓਰਮ ਕਲੀਅਰ ਹੋ ਗਈ। ਇਫ A ਡਿਵਾਈਡ ਕਰਦਾ BC ਨੂੰ ਐਂਡ A ਤੇ B ਦਾ GCD 1, ਦੈਨ A ਡਿਵਾਈਡ C। ਤਾਂ ਇਹ ਆਪਾਂ ਨੂੰ ਨੇਮ ਨਾਲ ਵੀ ਪੁੱਛੀ ਜਾ ਸਕਦੀ ਹੈ। ਇੱਥੇ ਆਹ ਸਟੇਟਮੈਂਟ ਆਪਾਂ ਨੂੰ ਦੇ ਦੇਣਗੇ, ਠੀਕ ਹੈ ਜੀ। ਕਹਿਣਗੇ ਕਿਹੜੀ ਥਿਓਰਮ ਹੈ, ਤਾਂ ਗੌਸ ਥਿਓਰਮ ਹੈ। ਜਾਂ ਫਿਰ ਵੈਸੇ ਰਿਜ਼ਲਟ ਵੀ ਪੁੱਛਿਆ ਜਾ ਸਕਦਾ, ਇੱਥੋਂ ਤੱਕ ਆਪਾਂ ਨੂੰ ਕੁਐਸਚਨ ਬਣਾ ਕੇ ਦੇ ਦੇਣਗੇ, ਦੈਨ ਦੇ ਵਿੱਚ ਆਪਣੇ ਕੋਲੇ ਆਪਸ਼ਨਸ ਹੋਣਗੇ। ਹੋ ਸਕਦਾ A by C ਹੋਵੇ, C by A ਹੋਵੇ, A by BC ਹੋਵੇ, ਕੁਛ ਵੀ ਹੋ ਸਕਦਾ, ਠੀਕ ਹੈ ਜੀ। ਤਾਂ ਇਦਾਂ ਦਾ ਆਪਣੇ ਕੋਲੇ ਕੁਐਸਚਨ ਬਣ ਸਕਦਾ। ਕਲੀਅਰ, ਠੀਕ ਹੈ ਜੀ। ਨੈਕਸਟ ਥਿਓਰਮ ਆਪਣੇ ਕੋਲੇ ਕੀ ਕਹਿੰਦੀ ਹੈ ਜੀ, ਇਫ A ਤੇ B ਦਾ GCD ਜਿਹੜਾ ਹੈਗਾ ਉਹ ਆਪਣੇ ਕੋਲ 1 ਹੈ, A ਤੇ B ਦਾ GCD 1 ਹੈ, ਐਂਡ C ਕੋਈ ਨੰਬਰ ਹੈ ਜਿਹੜਾ A ਨੂੰ ਡਿਵਾਈਡ ਕਰ। A ਤੇ B ਦਾ GCD 1 ਹੈ ਤੇ C ਕੋਈ ਨੰਬਰ ਹੈ ਜਿਹੜਾ A ਨੂੰ ਡਿਵਾਈਡ ਕਰਦਾ ਹੈ, ਦੈਨ C ਤੇ B ਦਾ GCD ਵੀ ਕਿੰਨਾ ਹੋਏਗਾ, C ਤੇ B ਦਾ GCD ਕਿੰਨਾ ਹੋਏਗਾ, 1 ਹੋਏਗਾ ਆਲਵੇਸ। C ਤੇ B ਦਾ GCD ਵੀ 1 ਹੋਏਗਾ। ਦੇਖ ਲਓ ਜੀ, ਐਗਜ਼ਾਮਪਲ ਲੈ ਲਓ। A ਲੈ ਲਓ ਕੋਈ ਵੀ, A ਲੈ ਲਿਆ 6, B ਲੈ ਲਿਆ 5, ਕਿਉਂਕਿ A ਤੇ B ਦਾ ਯਾਨੀ ਕਿ 6 ਤੇ 5 ਦਾ GCD ਕਿੰਨਾ ਹੋ ਗਿਆ ਆਪਣੇ ਕੋਲ, 1 ਹੋ ਗਿਆ, ਠੀਕ ਹੈ ਜੀ। ਹੁਣ C ਡਿਵਾਈਡ ਕਰਦਾ A ਨੂੰ, C ਕੋਈ ਲੈ ਲਓ ਆਪਾਂ, C ਲੈ ਲਿਆ 2, ਤਾਂ C ਡਿਵਾਈਡ ਕਰਦਾ ਯਾਨੀ ਕਿ 2 ਡਿਵਾਈਡ ਕਰਦਾ 6 ਨੂੰ, ਰਾਈਟ ਹੈ ਜੀ, ਕਰਦਾ ਡਿਵਾਈਡ। ਤਾਂ ਇੱਥੇ ਹੁਣ ਆਪਣੇ ਕੋਲ ਰਿਜ਼ਲਟ ਕੀ ਆਇਆ ਸੀ, C ਤੇ B ਦਾ GCD, C ਕਿੰਨਾ 2, B ਕਿੰਨਾ 5, ਤੇ 2 ਤੇ 5 ਦਾ GCD ਵੀ ਕਿੰਨਾ ਆ ਗਿਆ, 1 ਆ ਗਿਆ। ਇਹਦਾ ਮਤਲਬ C ਤੇ B ਦਾ GCD ਵੀ ਕਿੰਨਾ ਆਏਗਾ, 1 ਆਏਗਾ ਆਲਵੇਸ, ਠੀਕ ਹੈ ਜੀ। ਕਲੀਅਰ, A ਤੇ B ਦਾ ਅਗਰ GCD 1 ਹੈਗਾ, C ਡਿਵਾਈਡ ਕਰਦਾ A ਨੂੰ, ਦੈਨ C ਤੇ B ਦਾ GCD ਜਿਹੜਾ ਹੈਗਾ ਉਹ ਵੀ ਕੀ ਆਏਗਾ ਆਪਣੇ ਕੋਲੇ, 1 ਆਏਗਾ, ਠੀਕ ਹੈ ਜੀ। A ਦਾ B ਨਾਲ ਵੀ GCD 1 ਤੇ C ਦਾ B ਨਾਲ ਵੀ GCD 1 ਆਏਗਾ। ਚਲੋ ਜੀ ਅੱਗੇ ਨੈਕਸਟ मूव करते हैं। इफ A M N आर, तीन कोई नॉन इंटीजर ने, नॉन जीरो इंटीजर ने, मतलब नॉन जीरो इंटीजर, मतलब तिना की वैल्यू की नहीं हैगी, जीरो नहीं हैगी, नॉन जीरो इंटीजर ने। then A ਤੇ A इंटू एम एन का GCD 1 होएगा, A इंटू एम एन का GCD 1 होएगा if and only if अगर AM का GCD एंड A ਤੇ N का GCD भी की होएगा, 1 होएगा, ठीक है जी। A M N नॉन जीरो इंटीजर ने, then A ਤੇ M N ਦਾ A ਕੋਮਾ M N ਦਾ GCD कितना होएगा, 1 होएगा। कदों होएगा, if AM ਦਾ GCD 1 ਤੇ AN ਦਾ GCD। एग्जांपल ले लीजिए, देखो A ले लिया 2, B ले लिया 3, सॉरी M ले लिया 3 ਤੇ N ले लिया 5, ठीक है जी। ਹੁਣ ਕਰ ਲਓ, A ਤੇ M ਦਾ GCD यानी कि 2 ਤੇ 3 ਦਾ GCD ਕਿੰਨਾ ਆ ਗਿਆ, 1 ਆ ਗਿਆ। A ਤੇ N ਦਾ GCD यानी कि 2 ਤੇ 5 ਦਾ GCD ਕਿੰਨਾ ਆ ਗਿਆ, 1 ਆ ਗਿਆ। फिर करना है 2 इंटू एम एन का GCD, M कितना 3 ਤੇ 2 इंटू 15, ਇਹਦਾ GCD ਵੀ ਕੀ ਆ ਗਿਆ, ਆਲਵੇਜ਼ 1 ਆ ਗਿਆ, ਠੀਕ ਹੈ ਜੀ। ਤਾਂ ਇਹ ਆਪਣੇ ਕੋਲ
थ्योरम नंबर 4। ठीक है जी, क्लियर, डन हो गया। ਨੈਕਸਟ ਥਿਓਰਮ ਆਪਣੇ ਕੋਲੇ ਕੀ ਕਹਿੰਦੀ ਹੈ, ਦੇਖ ਲੈਂਦੇ ਆਪਾਂ। ਇਫ A ਡਿਵਾਈਡ ਕਰਦਾ C ਨੂੰ ਐਂਡ B ਡਿਵਾਈਡ ਕਰਦਾ C ਕੋਈ ਨੰਬਰ ਹੈ, ਉਹਨੂੰ A ਵੀ ਡਿਵਾਈਡ ਕਰਦੇ ਆ, B ਵੀ ਡਿਵਾਈਡ ਕਰਦੇ ਐਂਡ A ਤੇ B ਦਾ GCD ਜਿਹੜਾ ਹੈਗਾ ਉਹ 1 ਹੈ। A ਤੇ B ਦਾ GCD ਵੀ 1 ਹੈ, ਠੀਕ ਹੈ ਜੀ। ਦੈਨ A ਤੇ B ਦੀ ਜਿਹੜੀ ਮਲਟੀਪਲਾਈ ਹੈ ਉਹ ਵੀ C ਨੂੰ ਡਿਵਾਈਡ ਕਰੇਗੀ ਹੀ ਕਰੇਗੀ ਆਲਵੇਸ। ਕਿਵੇਂ ਜੀ, ਦੇਖ ਲੈਂਦੇ ਆ। A ਲੈ ਲਓ ਕੋਈ ਨੰਬਰ 3 ਲੈ ਲਿਆ, ਹੁਣ A ਤੇ B ਇਹੋ ਜਿਹੇ ਨੰਬਰ ਲੈਣੇ ਨੇ ਜਿਨ੍ਹਾਂ ਦਾ GCD 1 ਹੋਵੇ, ਤਾਂ B ਲੈ ਲਓ 4, ਠੀਕ ਹੈ ਜੀ। A 3 B 4, C ਲੈ ਲਓ, C ਦੋਨਾਂ ਨੂੰ ਡਿਵਾਈਡ ਕਰਦਾ ਲੈਣਾ, ਯਾਨੀ ਕਿ 3 ਨੂੰ ਡਿਵਾਈਡ ਕਰੇਗਾ 12 ਲੈ ਲੈਣੇ ਆ, 4 ਵੀ 12 ਨੂੰ ਡਿਵਾਈਡ ਕਰੇਗਾ, ਯਾਨੀ ਕਿ A C ਨੂੰ ਵੀ ਡਿਵਾਈਡ ਕਰਦਾ ਹੋਣਾ ਚਾਹੀਦਾ, B C ਨੂੰ ਵੀ ਡਿਵਾਈਡ ਕਰਦਾ ਹੋਣਾ ਚਾਹੀਦਾ। ਤਾਂ ਹੁਣ ਇਹਨਾਂ ਦਾ ਦੇਖ ਲਓ A B ਮਤਲਬ 3 into 4 12 ਡਿਵਾਈਡ 12, ਤਾਂ ਰਾਈਟ ਹੈ, ਟਰੂ ਹੈ, ਤਾਂ ਇਹ ਹੋਏਗਾ ਆਲਵੇਸ। ਠੀਕ ਹੈ ਜੀ, A ਡਿਵਾਈਡ C ਨੂੰ, B ਡਿਵਾਈਡ C ਨੂੰ ਐਂਡ A ਤੇ B ਦਾ GCD 1 ਹੋਏਗਾ, ਦੈਨ AB ਡਿਵਾਈਡ ਕਰੇਗਾ C ਨੂੰ ਆਲਵੇਸ। ਕਲੀਅਰ, ਚਲੋ ਨੈਕਸਟ ਥਿਓਰਮ ਤੇ ਚੱਲਦੇ ਹਾਂ। ਇਫ A ਤੇ B ਦਾ GCD ਆਪਾਂ ਨੂੰ ਦੇ ਗਿਵਨ ਹੈਗਾ, ਅਗਰ A ਤੇ B ਦਾ GCD ਕੋਈ ਵੀ ਕੁਝ ਵੀ ਹੈ, ਮੰਨ ਲਓ ਐਨੀਥਿੰਗ, ਠੀਕ ਹੈ ਜੀ, ਦੇ ਦੇਤਾ ਆਪਾਂ ਨੂੰ, ਦੈਨ ਅਗਰ ਆਪਾਂ GCD ਨਾਲ ਦੋਨੋਂ ਨੰਬਰਾਂ ਨੂੰ ਡਿਵਾਈਡ ਕਰ ਦਈਏ, A ਡਿਵਾਈਡ ਕਰ ਦਈਏ D, B ਡਿਵਾਈਡ ਕਰ ਦਈਏ D, ਤਾਂ ਉਹਨਾਂ ਦਾ GCD ਕਿੰਨਾ ਰਹਿ ਜਾਵੇਗਾ, 1 ਰਹਿ ਜਾਏਗਾ। ਕਰ ਲੈਂਦੇ ਜੀ ਆਪਾਂ ਐਗਜ਼ਾਮਪਲ ਆਪਾਂ ਹਰ ਇੱਕ ਦਾ ਕਰਨਾ, ਰੱਟਾ ਨਹੀਂ ਲਗਾਉਣਾ ਹੈਗਾ। ਦੇਖੋ ਆਪਾਂ ਲੈ ਲੈਂਦੇ ਹਾਂ 2 ਤੇ 4 ਲੈ ਲਏ ਦੋ ਨੰਬਰ, ਇਹਨਾਂ ਦਾ ਹੁਣ GCD ਕਿੰਨਾ ਆਏਗਾ ਜੀ, 2 ਤੇ 4 ਦਾ ਜਲਦੀ ਦੱਸੋ। 2 ਤੇ 4 ਦਾ GCD, ਤਾਂ 2 ਤੇ 4 ਦਾ GCD ਆਏਗਾ ਆਪਣੇ ਕੋਲ 2, ਠੀਕ ਹੈ ਜੀ। ਹੁਣ ਆਪਾਂ ਆ D ਹੋ ਗਿਆ ਆਪਣੇ ਕੋਲ, ਆ A ਵੀ ਹੋ ਗਿਆ, ਆਪਾਂ 2 ਨਾਲ ਦੋਨਾਂ ਨੂੰ ਡਿਵਾਈਡ ਕਰਨਾ, ਤਾਂ ਕੀ ਕਰਨਾ, ਦੇਖੋ 2/2 4/2, ਤਾਂ ਕਿੰਨਾ ਰਹੇਗਾ 1 2, ਤਾਂ ਹੁਣ ਇਹਨਾਂ ਦਾ GCD ਦੇਖੋ ਆਲਵੇਸ ਕੀ ਆ ਰਿਹਾ, 1 ਆ ਰਿਹਾ। ਅਗਰ ਆਪਾਂ GCD ਨਾਲ ਨੰਬਰਾਂ ਨੂੰ ਡਿਵਾਈਡ ਕਰ ਦਾਂਗੇ ਤਾਂ GCD ਕਿੰਨਾ ਰਹਿ ਜਾਏਗਾ ਆਪਣੇ ਕੋਲ, 1 ਰਹਿ ਜਾਏਗਾ, ਠੀਕ ਹੈ ਜੀ। ਅਗਰ GCD ਨਾਲ ਆਪਾਂ ਨੰਬਰਾਂ ਨੂੰ ਡਿਵਾਈਡ ਕਰ ਦਾਂਗੇ ਤਾਂ GCD ਕਿੰਨਾ ਰਹਿ ਜਾਏਗਾ ਆਪਣੇ ਕੋਲ, 1 ਰਹਿ ਜਾਏਗਾ। ਆਪਾਂ ਪ੍ਰੂਫ ਕਰਤਾ ਐਗਜ਼ਾਮਪਲ ਲੈ ਕੇ, ਤੁਸੀਂ ਕੋਈ ਵੀ ਐਗਜ਼ਾਮਪਲ ਲੈ ਸਕਦੇ ਹੋ, 3 ਤੇ 6 ਦੀ ਲੈ ਲਓ, 3 ਤੇ 9 ਦੀ ਲੈ ਲਓ, ਕੋਈ ਵੀ ਐਗਜ਼ਾਮਪਲ ਲਓ, ਉਹਦੇ ਵਿੱਚ ਜਿੰਨਾ ਉਹਦਾ GCD ਆਏਗਾ, GCD ਨਾਲ ਅਗਰ ਡਿਵਾਈਡ ਕਰਾਂਗੇ ਤਾਂ ਉਹ ਕੀ ਰਹਿ ਜਾਏਗਾ ਆਪਣੇ ਕੋਲ, GCD 1 ਰਹਿ ਜਾਏਗਾ, ਠੀਕ ਹੈ ਜੀ। ਨੈਕਸਟ ਇਹ ਥਿਓਰਮ ਆਪਾਂ ਵੈਸੇ ਕੱਲ ਕਰ ਹੀ ਲਈ ਸੀ, ਜਦੋਂ ਮੇਰੀ ਆਪਾਂ ਕਰਦੇ ਇਹ ਥਿਓਰਮ ਆਪਣੇ ਕੋਲ ਇੱਕ ਰਿਜ਼ਲਟ ਹੈ ਬਿਲਕੁਲ ਐਜ਼ ਇਟ ਇਜ਼, ਕਿ GCD into LCM ਇਕੁਅਲ ਟੂ ਹੋਏਗਾ ਦੋਨੇ ਨੰਬਰਾਂ ਦੀ ਪ੍ਰੋਡਕਟ, ਜਿਹੜੇ ਕਿ GCD ਨੂੰ ਆਪਾਂ ਲਿਖ ਸਕਦੇ ਹਾਂ ਓਪਨ ਬ੍ਰੈਕਟ ਚ AB ਕ੍ਰੋਸ LCM ਨੂੰ ਕਲੋਜ਼ ਬ੍ਰੈਕਟ ਦੇ ਵਿੱਚ ਇਜ਼ ਇਕੁਅਲ ਟੂ A ਕ੍ਰੋਸ B। ਜੀ ਆ ਆਪਣੇ ਕੋਲ ਰਿਜ਼ਲਟ ਹੁੰਦਾ, GCD ਦੀ LCM ਨਾਲ ਮਲਟੀਪਲਾਈ ਕਰੀਏ ਤਾਂ ਆ ਦੋਨਾਂ ਨੰਬਰਾਂ ਦੀ ਮਲਟੀਪਲਾਈ ਦੇ ਇਕੁਅਲ ਹੁੰਦਾ, ਉਸੇ ਬੇਸ ਤੇ ਹੀ ਆਪਣੇ ਕੋਲ ਕੁਐਸਚਨ ਹੈ। ਚਲੋ ਜੀ ਕਰਦੇ ਹਾਂ ਕੁਐਸਚਨ। ਸਭ ਤੋਂ ਪਹਿਲਾਂ ਆਪਾਂ ਨੂੰ GCD ਫਾਈਂਡ ਕਰਨਾ ਪੈਣਾ, LCM ਫਾਈਂਡ ਕਰਨ ਤੋਂ ਪਹਿਲਾਂ GCD, ਤਾਂ GCD ਕਿਵੇਂ ਫਾਈਂਡ ਕਰਾਂਗੇ, 657 ਨੂੰ ਆਪਾਂ ਕੀ ਲਿਖ ਸਕਦੇ ਹਾਂ, 306 into 2 plus 45, ਫਿਰ ਇੱਥੇ ਆ ਜਾਏਗਾ 306 45 into 6 plus 36, ਠੀਕ ਹੈ ਜੀ। ਅਗਰ ਕਿਸੇ ਨੂੰ ਨਹੀਂ ਆਉਂਦਾ ਤਾਂ ਉਹ ਲੌਂਗ ਡਿਵੀਜ਼ਨ ਮੈਥਡ ਆਉਂਦਾ ਹੋਣਾ ਸਭ ਨੂੰ, 306 ਨੂੰ ਬਾਹਰ ਰੱਖੋ, 657 ਨੂੰ ਅੰਦਰ ਰੱਖੋ, 2 ਤੇ ਜਾਏਗਾ, ਠੀਕ ਹੈ ਜੀ। ਤਾਂ ਜੋ ਵੀ ਆਏਗਾ ਫਿਰ ਇੱਥੇ 45 ਸ਼ੇਸ਼ ਆਏਗਾ, ਫਿਰ ਇਹਨੂੰ ਬਾਹਰ ਰੱਖਾਂਗੇ, 306 ਅੰਦਰ ਲੈ ਕੇ ਜਾਵਾਂਗੇ, ਤਾਂ ਇਹ ਲੌਂਗ ਡਿਵੀਜ਼ਨ ਮੈਥਡ ਜਿਹੜਾ ਹੁੰਦਾ ਹੈ ਉਹਦੇ ਨਾਲ ਕਰ ਸਕਦੇ ਹਾਂ, ਕਿ ਇਕੁਅਲ ਡਿਵੀਜ਼ਨ ਐਲਗੋਰਿਥਮ 10th ਕਲਾਸ ਦਾ ਇਹ ਫਸਟ ਚੈਪਟਰ ਹੈ, ਠੀਕ ਹੈ ਜੀ। ਤਾਂ ਇਹ ਆ ਗਿਆ ਆਪਣੇ ਕੋਲ 45 ਅੱਗੇ 36 into 1 plus 9, ਹੁਣ 36 ਅੱਗੇ ਤਾਂ ਕਿੰਨਾ ਆ ਗਿਆ 9 into 4 plus, ਫਿਰ ਰਿਮਾਈਂਡਰ 0 ਬਚ ਜੇ, ਉਹਨੂੰ ਆਪਾਂ ਛੱਡ ਦੇਣਾ। ਤਾਂ ਹੁਣ ਇੱਥੇ ਆਪਣੇ ਕੋਲ ਕਿੰਨਾ ਆ ਗਿਆ ਜੀ, 9 ਕੀ ਆ ਗਿਆ, GCD ਆ, GCD ਕਿੰਨਾ ਆ ਗਿਆ 9। ਤਾਂ ਆਪਾਂ ਤਾਂ LCM ਫਾਈਂਡ ਕਰਨਾ, ਤਾਂ ਹੁਣ ਕੀ ਆਏਗਾ 9 into LCM ਇਜ ਇਕੁਅਲ ਟੂ ਦੋਨਾਂ ਨੰਬਰਾਂ ਦੀ ਪ੍ਰੋਡਕਟ, 306 into 657, LCM ਕਿਹਦੇ ਕੋਲ ਆ ਜਾਏਗਾ
306 into 657/9 ਇਹਨੂੰ ਤੁਸੀਂ ਸੋਲਵ ਕਰ ਲਿਆ ਜੇ ਆਨਸਰ ਜਿੰਨਾ ਵੀ ਆਏਗਾ ਉਹਨੂੰ ਟਾਈਪ ਕਰ ਦਿਆ ਜੀ ਕਮੈਂਟ ਬਾਕਸ 'ਚ। ਠੀਕ ਹੈ ਜੀ, ਨਾਲੇ ਪਤਾ ਲੱਗ ਜਾਏਗਾ ਕਿ ਇਹਦੀ ਡਿਵੀਜ਼ਨ ਤੇਜ਼ ਹੈ ਫਾਸਟ ਹੈ। ਠੀਕ ਹੈ ਜੀ, ਪਤਾ ਵੀ ਲੱਗਣਾ ਚਾਹੀਦਾ ਨਾ ਕਿਹਨੂੰ ਡਿਵੀਜ਼ਨ ਆਉਂਦੀ ਹੈ, ਦੂਜੀ ਕਲਾਸ ਵਾਲੀ ਤੀਜੀ ਕਲਾਸ ਵਾਲੀ ਡਿਵੀਜ਼ਨ ਕਿਹਨੂੰ ਆਉਂਦੀ। ਠੀਕ ਹੈ ਜੀ, ਮਜ਼ਾਕ ਦੀ ਗੱਲ ਹੈ ਜੀ, ਇਹ ਤਾਂ ਸਭ ਨੂੰ ਹੀ ਆਉਂਦੀਆਂ ਨੇ ਡਿਵੀਜ਼ਨ। ਤਾਂ ਬਸ ਤੁਸੀਂ ਇਹਨੂੰ ਸੋਲਵ ਕਰ ਲਿਓ, ਆਪਣਾ ਸੁਣਾ ਦਿਓ। ਚਲਿਏ ਜੀ ਅੱਗੇ, ਐਚ ਦਾ ਕਲੀਅਰ ਹੋ ਗਿਆ ਸਾਰਾ ਆਪਣਾ, ਐਲਸੀਐਮ ਤੇ ਜੀਸੀਡੀ ਡਨ ਹੋ ਗਿਆ। ਕਿਸੇ ਨੂੰ ਕੋਈ ਦਿੱਕਤ ਹੈਗੀ ਹੈ ਤਾਂ ਪਲੀਜ਼ ਦੱਸ ਦਿਓ, ਬਾਕੀ ਇੱਥੋਂ ਤੱਕ ਡਨ ਹੋ ਚੁੱਕਿਆ ਆਪਣਾ। ਕਲੀਅਰ ਹੈਗਾ ਤਾਂ ਦੱਸੋ ਜੀ। ਚਲੋ ਜੀ, मूव करते हैं नेक्स्ट। इफ ए डिवाइड सी एंड बी डिवाइड सी, ए भी सी ਨੂੰ डिवाइड करता है, बी भी सी ਨੂੰ डिवाइड करता है, देन ए भी सी ਨੂੰ डिवाइड करेगा ऑलवेज, ऑलवेज डिवाइड करेगा ए बी सी। ਪਿੱਛੇ ਥਿਓਰਮ ਕੀਤੀ ਸੀ ਆਪਾਂ, ਤੁਹਾਨੂੰ ਯਾਦ ਹੋਵੇ ਤਾਂ ਕਰੀ ਸੀ, ਬਟ ਉਹਦੇ ਵਿੱਚ ਇੱਕ ਚੀਜ਼ ਆਪਾਂ ਨੂੰ ਐਕਸਟਰਾ ਸੀਗੀ ਤੇ ਆ ਪਈ, ਉਹ ਚ ਆਪਾਂ ਨੂੰ ਆ ਗਿਵਨ ਸੀਗਾ ਵੀ A ਤੇ B ਦਾ GCD 1 ਹੋਵੇ, ਫਿਰ ਤਾਂ ਇਹ ਆਲਵੇਜ਼ ਹੋਏਗਾ। A ਤੇ B ਦਾ ਅਗਰ GCD 1 ਹੋਇਆ, ਅਗਰ J ਤੇ B ਦਾ GCD 1 ਨਾ ਹੋਵੇ ਫਿਰ ਕੀ ਆਲਵੇਜ਼ ਡਿਵਾਈਡ ਕਰੇਗਾ, ਇਹ ਦੱਸਣਾ। ਯੈਸ অর ਨੋ, ਦੇਖਦੇ ਹਾਂ ਜੀ ਕਿਹਦਾ ਕੀ ਆਨਸਰ ਆਉਂਦਾ ਹੈ, ਯੈਸ অর ਨੋ। A ਡਿਵਾਈਡ ਕਰਦਾ C ਨੂੰ, B ਡਿਵਾਈਡ ਕਰਦਾ C ਨੂੰ, ਕਿ A ਤੇ B C ਨੂੰ ਡਿਵਾਈਡ ਕਰਨਗੇ। ਪਿਛਲੀ ਥਿਓਰਮ ਨਾਲੋਂ ਇਹ ਅਲੱਗ ਹੈ, ਉੱਥੇ ਆਪਾਂ ਨੂੰ ਗਿਵਨ ਸੀਗਾ, ਮੈਂ ਐਕਸਟਰਾ ਲਿਖ ਦਿੰਦਾ ਇੱਥੇ, ਉੱਥੇ ਆਪਾਂ ਨੂੰ A ਤੇ B ਦਾ GCD 1 ਗਿਵਨ ਸੀ, ਇੱਥੇ A ਜਾਂ ਕੁਝ ਗਿਵਨ ਨਹੀਂ ਹੈਗਾ, ਇੱਥੇ ਸਿੰਪਲੀ ਆਈ ਸਟੇਟਮੈਂਟ ਆਪਾਂ। ਦੱਸੋ ਜੀ ਕੀ ਇਹ ਕਰੇਗਾ ਆਲਵੇਜ਼ A B C। ਚਲੋ ਜੀ ਆਪਾਂ ਕਨਫਰਮ ਕਰ ਲੈਂਦੇ ਹਾਂ। ਠੀਕ ਹੈ ਜੀ, ਵੈਸੇ ਯੈਸ ਇਹਦਾ ਹੋ ਨਹੀਂ ਸਕਦਾ ਮੇਰੇ ਹਿਸਾਬ ਨਾਲ, ਨੋ ਹੀ ਆਏਗਾ ਆਨਸਰ। ਠੀਕ ਹੈ, ਤੇ ਜਿਨ੍ਹਾਂ ਨੇ ਯੈਸ ਦਿੱਤਾ ਉਹ ਰੋਂਗ ਨੇ, ਆਨਸਰ ਦਾ ਨੋ ਹੀ ਆਣਾ ਹੈ। ਆਪਾਂ ਚੈੱਕ ਕਰਦੇ ਹਾਂ, ਤੁਹਾਨੂੰ ਤਸੱਲੀ ਕਰਾਵਾਂਗੇ ਪੂਰੀ ਕਿ ਨੋ ਕਿਵੇਂ ਆਏਗਾ, ਕਿ ਆਪਾਂ ਹਰ ਇੱਕ ਚੀਜ਼ ਦੀ ਤਸੱਲੀ ਕਰਦੇ ਹਾਂ ਬਾਈ ਐਗਜ਼ਾਮਪਲ। ਚਲੋ ਜੀ, ਇੱਥੇ ਆਪਾਂ ਨੂੰ 2 ਐਗਜ਼ਾਮਪਲ ਲੈਣੇ ਪੈਣਗੇ, ਇੱਕ ਵਾਰ ਤਾਂ ਆ ਜੇ ਇੱਕ ਵਾਰ ਨਾ ਆਵੇ। ਪਹਿਲਾਂ ਦੇਖੋ ਜੀ C, ਹੁਣ C ਕੋਈ ਆਪਾਂ ਨੂੰ ਇਹ ਜਿਹਾ ਨੰਬਰ ਲੈਣਾ ਪੈਣਾ ਜਿਹਨੂੰ A ਵੀ ਡਿਵਾਈਡ ਕਰਦਾ ਹੋਵੇ B ਵੀ ਡਿਵਾਈਡ ਕਰਦਾ ਹੋਵੇ, ਤਾਂ C ਆਪਾਂ ਲੈ ਲਿਆ 8, A ਆਪਾਂ ਲੈ ਲਿਆ 2, B ਆਪਾਂ ਲੈ ਲਿਆ 4। ਠੀਕ ਹੈ ਜੀ, ਤਾਂ ਹੁਣ ਦੇਖੋ 2 ਡਿਵਾਈਡ ਕਰ ਰਿਹਾ 8 ਨੂੰ, ਯਾਨੀ ਕਿ A ਡਿਵਾਈਡ ਕਰ ਰਿਹਾ C ਨੂੰ, B ਡਿਵਾਈਡ ਕਰ ਰਿਹਾ C ਨੂੰ 8 ਨੂੰ, A ਤੇ B ਦੀ ਮਲਟੀਪਲਾਈ ਕਿੰਨੀ ਹੋਗੀ 8, 8 ਡਿਵਾਈਡ ਕਰ ਰਿਹਾ 8 ਨੂੰ। ਆ ਤਾਂ ਡਨ ਹੋ ਗਿਆ ਜੀ ਇਸ ਐਗਜ਼ਾਮਪਲ 'ਚ, ਤਾਂ ਆ ਕੰਡੀਸ਼ਨ ਸੈਟੀਸਫਾਈ ਹੋ ਗਈ A B ਡਿਵਾਈਡ C ਨੂੰ। ਚਲੋ ਜੀ ਨੈਕਸਟ ਐਗਜ਼ਾਮਪਲ ਚੱਲਦੇ ਹਾਂ। C ਆਪਾਂ ਲੈ ਲਿਆ 16, A ਆਪਾਂ ਲੈ ਲਿਆ 4, B ਆਪਾਂ ਲੈ ਲਿਆ 8। ਠੀਕ ਹੈ ਜੀ, A ਡਿਵਾਈਡ ਕਰ ਰਿਹਾ ਯਾਨੀ ਕਿ 4 ਡਿਵਾਈਡ ਕਰ ਰਿਹਾ 16 ਨੂੰ, ਪਹਿਲੀ ਕੰਡੀਸ਼ਨ ਰਾਈਟ ਹੋ ਗਈ। B ਯਾਨੀ ਕਿ 8 ਡਿਵਾਈਡ ਕਰ ਰਿਹਾ 16 ਨੂੰ, ਰਾਈਟ ਹੈ ਜੀ, ਇਹ ਵੀ ਕਰ ਰਿਹਾ। ਕੀ A ਤੇ B ਦੀ ਪ੍ਰੋਡਕਟ 32 ਡਿਵਾਈਡ ਕਰ ਰਹੀ ਹੈ 16 ਨੂੰ, ਯੈਸ অর ਨੋ। ਇਹ ਤਾਂ ਨਹੀਂ ਕਰ ਰਹੀ ਹੈ ਨਾ, ਨੋ, ਤਾਂ ਇਹਦਾ ਮਤਲਬ ਇਹ ਆਲਵੇਜ਼ ਟਰੂ ਨਹੀਂ ਹੈਗਾ। ਇਹ ਨਹੀਂ ਹੈਗਾ, ਇਹ ਆਲਵੇਜ਼ ਟਰੂ ਨਹੀਂ ਹੈ। ਹਾਂ, ਅਗਰ A ਤੇ B ਦਾ GCD 1 ਗਿਵਨ ਹੋਵੇ ਫਿਰ ਆਲਵੇਜ਼ ਟਰੂ ਹੈ, ਅਦਰਵਾਈਜ਼ ਇਹ ਆਲਵੇਜ਼ ਟਰੂ ਨਹੀਂ ਹੈਗਾ। ਕਲੀਅਰ ਹੋ ਗਿਆ ਜੀ ਕੁਐਸਚਨ ਥਿਓਰਮ ਸਭ ਨੂੰ ਡਨ। ਤਾਂ ਇਹ 2 ਤਰੀਕੇ ਨਾਲ ਆਪਣੇ ਐਗਜ਼ਾਮ ਦੇ ਵਿੱਚ ਆ ਸਕਦੀ ਹੈ, ਇੱਕ ਤਾਂ A ਤੇ B ਦਾ GCD 1 ਗਿਵਨ ਦਿੱਤਾ ਹੋਵੇ, ਇੱਕ A ਤੇ B ਦਾ GCD 1 ਨਾ ਗਿਵਨ ਦਿੱਤਾ। ਤਾਂ ਤੁਸੀਂ ਹੈਂਡਲ ਕਰਨਾ ਹੈ, ਤੁਸੀਂ ਕਿਵੇਂ ਕਰੋਗੇ। ਮੈਂ ਤੁਹਾਨੂੰ ਦੋਨੋਂ ਥਿਓਰਮ ਸੇ ਕਰਵਾ ਦਿੱਤੀਆਂ, ਇੱਕ ਵਾਰੀ GCD ਗਿਵਨ ਵਾਲੀ, ਇੱਕ ਵਾਰੀ GCD ਨਾਟ ਗਿਵਨ ਵਾਲੀ। अगर GCD given हैगा 1 तो अपने को always AB डिवाइड C, अगर GCD 1 नहीं given हैगा A ते B दा तो A ते B C ਨੂੰ ਕਦੇ ਡਿਵਾਈਡ ਕਰੇਗਾ ਕਦੇ ਨਹੀਂ ਕਰੇਗਾ, मे भी डिवाइड मे भी नॉट डिवाइड। क्लियर, हाँ जी क्लियर। जल्दी दसो जी जिन्ने जाने भी बैठे हो तुसी, क्लियर हो गया है सारा अपना थ्योरम, 20 पेज नंबर वाली थ्योरम क्लियर होगी जी सब ਨੂੰ। चलो जी नेक्स्ट थ्योरम। if A B ਦਾ GCD ਕਿੰਨਾ 1 and B ਤੇ C ਦਾ GCD ਕਿੰਨਾ 1, then
ए सी ਦਾ GCD B ਨਾਲ always ਕਿੰਨਾ ਹੋਏਗਾ 1 ਹੋਏਗਾ। A ਤੇ B ਦਾ GCD ਅਗਰ 1 ਹੈਗਾ, B ਤੇ C ਦਾ GCD ਅਗਰ 1 ਹੈਗਾ, ਤਾਂ A ਦੀ ਮਲਟੀਪਲਾਈ ਅਗਰ C ਨਾਲ ਕਰ ਦਈਏ, ਆ A ਦੀ ਮਲਟੀਪਲਾਈ ਅਗਰ C ਨਾਲ ਕਰ ਦਈਏ, ਤਾਂ ਉਹਦਾ GCD B ਨਾਲ ਕੀ ਹੋਏਗਾ always 1 ਹੋਏਗਾ। ਦੇਖ ਲਓ ਜੀ, ਕਰ ਲਓ। A ਲੈ ਲਓ 2, B ਕੋਈ ਆਇਆ ਨੰਬਰ ਲੈਣਾ GCD 1 ਹੋਣੇ, 3 ਲੈ ਲਓ, A ਤੇ B ਦਾ GCD यानी कि 2 ਤੇ 3 ਦਾ GCD ਇਹ ਆਪਣੇ ਕੋਲ ਆ ਗਿਆ। ਹੁਣ B ਤਾਂ 3 रहेगा, B ਤਾਂ 3 रहेगा, C ਲੈ ਲਓ 4, C ਲੈ ਲਓ 4, B ਤੇ C ਦਾ GCD ਇਕੁਅਲ ਟੂ 3 ਤੇ 4 ਦਾ GCD, ਇਹ ਵੀ ਬਣ ਜਾਏਗਾ। ਇਹ ਬਣ ਗਿਆ। ਹੁਣ ਆਪਾਂ ਜੇ ਰਿਜ਼ਲਟ ਵੱਲ ਚੱਲਦੇ ਹਾਂ ਜੀ, ਰਿਜ਼ਲਟ ਕੀ ਸੀ AC ਦਾ GCD B ਨਾਲ, ਇਹ ਕਿੰਨਾ 2, B ਇਹ ਕਿੰਨਾ 2, C ਕਿੰਨਾ 4, ਇਹ 8 ਹੋ ਗਿਆ GCD 3 ਨਾਲ, ਇਹ ਵੀ ਬਣਨਾ ਇਹ always ਕੀ ਹੋ ਗਿਆ 2 ਹੋਗਾ। ਤੁਸੀਂ ਕੋਈ ਵੀ ਐਗਜ਼ਾਮਪਲ ਲੈ ਕੇ ਦੇਖ ਸਕਦੇ ਹੋ। अगर A ਤੇ B ਦਾ GCD 1 ਲਵਾਂਗੇ, B ਤੇ C ਦਾ GCD 1 ਲਵਾਂਗੇ, ਤਾਂ A ਤੇ C ਦਾ GCD ਜਿਹੜਾ ਹੈਗਾ B ਨਾਲ ਉਹ ਵੀ always ਆਏਗਾ ਹੀ। क्लियर थ्योरम जी, एवरीवन क्लियर। चलो नेक्स्ट थ्योरम। ਇਹ ਸਾਰੇ MCQ ਨੇ ਜੀ, ਮੈਂ ਥਿਓਰਮਾਂ ਦਾ ਨਾਮ ਪਾ ਦਿੱਤਾ, ਇੱਥੇ ਮੈਂ MCQ ਲਿਖ ਦਿੰਦਾ ਤਾਂ MCQ ਬਣ ਜਾਣੇ ਸੀ, ਥਿਓਰਮ ਲਿਖਦੀ ਥਿਓਰਮ ਬਣ ਗਈ, ਕੁਐਸਚਨ ਲਿਖ ਦਿੰਦੇ ਤਾਂ ਕੁਐਸਚਨ ਬਣ ਜਾਂਦੇ। ਇਹ ਸਾਰੇ ਆਪਣੇ ਕੋਲ MCQ ਹੀ ਚੱਲ ਰਹੇ ਨੇ, ਬਸ ਫਰਕ ਕਹਿੰਦਾ ਕਿ ਇਹਦੇ ਵਿੱਚ ਤੁਹਾਨੂੰ ਆਪਸ਼ਨ ਨਹੀਂ ਹੈਗੇ, ਉਹ ਆਪਾਂ ਬਾਅਦ ਵਿੱਚ ਇਹਨਾਂ ਦੇ ਆਪਸ਼ਨ ਲੈ ਕੇ ਕਰਾਂਗੇ, ਉਦੋਂ ਤੁਸੀਂ ਹੀ ਦੱਸਣੇ ਹੋਣਗੇ ਇਹਨਾਂ ਦੇ ਆਨਸਰ। ਇੱਕ ਵਾਰ ਤੁਸੀਂ ਸਮਝਦੇ ਜਾਓ ਤੇ ਐਂਡ ਤੇ ਜਦੋਂ ਤੁਹਾਡਾ ਟਾਈਮ ਆਇਆ ਆਪਾਂ MCQ ਲੈ ਕੇ ਆਏ, ਉਦੋਂ ਤੁਸੀਂ ਫਟਾਫਟ ਆਨਸਰ ਦਿੰਦੇ ਜਾਓ। ਠੀਕ ਹੈ ਜੀ, ਤਾਂ ਚਲੋ ਨੈਕਸਟ ਥਿਓਰਮ। if A डिवाइड करता B, C डिवाइड करता है D, A कोई A नंबर D ਨੂੰ डिवाइड करता है, कोई C नंबर D ਨੂੰ डिवाइड करता है, and B ਤੇ D ਦਾ GCD ਜਿਹੜਾ ਹੈਗਾ 1 ਹੈ, ਆ B ਆ D, ਇਹਨਾਂ ਦਾ GCD ਕਿੰਨਾ 1 ਹੈ। then A ਤੇ C ਦਾ ਜਿਹੜਾ GCD ਹੈ ਉਹ always ਕਿੰਨਾ ਹੋਏਗਾ 1 ਹੋਏਗਾ। A ਤੇ C ਦਾ GCD ਕਿੰਨਾ ਹੋਏਗਾ 1। ਠੀਕ ਹੈ ਜੀ, ਚੱਕ ਲਓ ਐਗਜ਼ਾਮਪਲ, ਐਗਜ਼ਾਮਪਲ ਹੀ ਚੱਕਣੀਆਂ ਸਾਰੀਆਂ। A ਲੈ ਲਓ ਕੋਈ ਵੀ ਨੰਬਰ 2, B ਨੂੰ ਡਿਵਾਈਡ ਕਰ ਰਿਹਾ ਤਾਂ B ਲੈ ਲਓ 4, यानी कि A डिवाइड B, 2 डिवाइड 4 कर दे राइट है। C कोई भी नंबर ले लो 3, D कोई भी नंबर ले लो 9 ले लो। ठीक है जी, तो C डिवाइड कर रहा है D ਨੂੰ, देख लो 3 डिवाइड कर रहा है 9। ठीक है जी, 3 डिवाइड कर रहा है 9। ਹੁਣ B ਤੇ D ਦਾ GCD ਵੀ 1 ਲੈਣਾ। ठीक है जी, B ਤੇ D ਦਾ GCD ਵੀ 1 ਲੈਣਾ, ਇਹ ਵੀ ਧਿਆਨ ਰੱਖਣਾ। ਤੇ B ਦਾ GCD ਕਿੰਨਾ ਆ ਰਿਹਾ 4 ਤੇ 9 ਦਾ GCD ਚੈੱਕ ਕਰ ਲਓ ਆਟੋਮੈਟਿਕਲੀ। A ਤੇ C ਦਾ GCD ਯਾਨੀ ਕਿ 2 ਤੇ 3 ਦਾ GCD ਵੀ ਕੀ ਆ ਰਿਹਾ ਆਲਵੇਜ਼ 1 ਆਪਣੇ ਰਿਜ਼ਲਟ। ਬਸ ਆਪਦੇ ਕੋਲ ਐਗਜ਼ਾਮਪਲ ਲੈ ਲਿਆ ਕਰੋ, ਜੋ ਜੋ ਦਿੱਤਾ ਹੁੰਦਾ ਉਹਦੇ ਵਿੱਚ ਪੁੱਟ ਕਰਦੇ ਜਾਇਆ ਕਰੋ ਤੇ ਆਪਣਾ ਆਨਸਰ ਐਂਡ ਤੇ ਆਪਣੇ ਆਪ ਹੀ ਬਣ ਜਾਏ। ਠੀਕ ਹੈ ਜੀ, ਕਲੀਅਰ। ओके जी, नेक्स्ट थ्योरम। इफ A ਤੇ C ਦਾ GCD ਜਿਹੜਾ ਹੈਗਾ A ਤੇ C ਦਾ GCD ਆਪਣੇ ਨੂੰ D ਦੇ ਕਿਉਂਕਿ ਉਹ A ਡਿਵਾਈਡ ਕਰਦਾ B ਨੂੰ, C ਡਿਵਾਈਡ ਕਰਦਾ B ਨੂੰ, A ਵੀ B ਨੂੰ ਡਿਵਾਈਡ ਕਰਦਾ, C ਵੀ B ਨੂੰ ਡਿਵਾਈਡ ਕਰਦਾ, ਇਹਨਾਂ ਦਾ GCD ਕਿੰਨਾ D ਕੋਈ ਨੰਬਰ ਪਤਾ ਨਹੀਂ ਹੈਗਾ ਕੋਈ ਨੰਬਰ, ਤਾਂ ਕੀ ਹੋਏਗਾ ਆਪਣੇ ਕੋਲ ਰਿਜ਼ਲਟ AC ਡਿਵਾਈਡ ਕਰੇਗਾ B ਨੂੰ, AC डिवाइड करेगा BD ਨੂੰ always। कर लो जी, A ले लो 2, B ले लो, सब तो पहला A ਤੇ C ਦਾ GCD ਲੈਣਾ ਨਾ, C ਲੈ ਲਓ, C ਲੈ ਲਓ 4, A ਤੇ C ਦਾ GCD ਲਿਖੋ ਨਾਲ 2 ਤੇ 4 ਦਾ GCD 2 ਆ ਗਿਆ, मतलब D ਆ ਗਿਆ, D ਦੀ ਵੈਲਿਊ ਕਿੰਨੀ ਆ ਗਈ 2 ਆ ਗਈ। ਹੁਣ A ਡਿਵਾਈਡ ਕਰਦਾ B ਨੂੰ, A ਡਿਵਾਈਡ ਕਰਦਾ B ਨੂੰ ਤਾਂ B ਲੈ ਲਓ 8, फिर C भी डिवाइड करता है तो B ऐसा नंबर लेना है C भी डिवाइड करे, 2 डिवाइड करता है 8 में, A भी 3 में, C डिवाइड करता है B में, यानी कि 4 डिवाइड करता है 8 में। आप आ जाओ
क्या इंप्लाइज ऑलवेज होएगा ए कितना 2 इनटू सी कितना 4 डिवाइड बी कितना 8 डी कितना आया सी 2 8 डिवाइड 16 ये ऑलवेज प्रूव करना है अपने को क्या रिजल्ट इतना दे अपने को थे ਜਿਹੜੀਆਂ ਹੈਗੀਆਂ ਨੇ एमसीक्यू ने बन गए ठीक है जी चलिए नेक्स्ट इफ ए ते बी का जीसीडी अगर 1 है एंड सी कोई डिवाइड कर रहा है ए ते बी का जीसीडी 1 है सी डिवाइड कर रहा है ए नु then सी ते बी का जीसीडी कितना होएगा सी ते बी का जीसीडी भी 1 होएगा चलो जी एग्जांपल ए ले लो 4 बी ले लो 3 देखो 4 ते 3 का जीसीडी 1 हम सी को डिवाइड कर रहे हैं ए नु सी ले लो 2 4 डिवाइड कर रहे हैं 4 ऐसा करने गल क्लियर होगी तुम्हें बिल्कुल अपने को सॉरी इसे डिवाइड आंसर 2 डिवाइड कर हम अपा रहे हैं हम बिना जीरो बात सी कितना है अपने को 4 सी कितना सी 3 और जीरो ऑटोमेटिकली कुछ नहीं ऐदा ही घुमाउण वाले क्वेश्चन जिवें ਆਪਾਂ ਨੂੰ ਦਿੱਤਾ ਹੋਏਗਾ ਜਦੋਂ ਆਪਣੇ ਕੋਲ एमसीक्यू ਆਣਗੇ ਨਾ ਉਹ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ ਉਦੋਂ ਤੱਕ ਤਾਂ ਕਰ ਸਕਦੇ ਉਦੋਂ ਤੱਕ ਬਿਲਕੁਲ ਹੀ ਕਲੀਅਰ ਹੋ ਜਾਵੇਗੀ ਸਾਰੀ ਗੱਲ ਚਲੋ अपनी ਜਿਹੜੀਆਂ ਥਿਓਰਮਾਂ ਸੀਗੀਆਂ ਉਹ ਕੰਪਲੀਟ ਹੋ ਚੁੱਕੀਆਂ ਤੇ ਕਿਸ ਤੇ ਜੀਸੀਡੀ ਐਂਡ ਐਲਸੀਐਮ ठीक है जी वो थ्योरम अपनी कंप्लीट हो चुकी है अपने को नवा टॉपिक आ चुका है यूनिट प्राइम नंबर ठीक है जी सारा आप डील करना है यूनिट की होंगे ने प्राइम नंबर की होंगे ने वो प्राइम वगैरह वगैरह जो भी जितना भी अपना याद आ जाएगा वो पढ़ेगा तो यूनिट नाम तो क्लियर है यूनिट यूनिट मतलब आइडेंटिटी ठीक है जी ਤਾਂ ਨੈਚੁਰਲ ਨੰਬਰ ਦੇ ਵਿੱਚ ਯੂਨਿਟ ਕੀ ਹੋਏਗੀ ਨੈਚੁਰਲ ਨੰਬਰ ਦੇ ਵਿੱਚ ਯੂਨਿਟ ਕੀ ਹੋਏਗਾ ਦੱਸ ਸਕਦੇ ਜੀ ਕੋਈ ਨੈਚੁਰਲ ਨੰਬਰ ਦੇ ਵਿੱਚ ਯੂਨਿਟ ਕੀ ਹੋਏਗਾ anyone have answer this question ਨੈਚੁਰਲ ਨੰਬਰ ਦੇ ਵਿੱਚ ਯੂਨਿਟ ਹੈਗਾ ਜਿਹੜਾ ਉਹ ਕੀ ਹੋਏਗਾ ਤਾਂ ਨੈਚੁਰਲ ਨੰਬਰ ਦੇ ਵਿੱਚ ਯੂਨਿਟ ਹੋਏਗਾ ਆਪਣੇ ਕੋਲ 1 ਇੱਕ ਇਹ ਸਿਰਫ ਯੂਨਿਟ ਆ ਇੰਟੀਜਰ ਦੇ ਵਿੱਚ ਦੱਸ ਸਕਦੇ ਹਾਂ ਜੀ ਇੰਟੀਜਰ ਦੇ ਵਿੱਚ ਯੂਨਿਟ ਇੰਟੀਜਰ ਦਾ ਯੂਨਿਟ ਇਹ ਕੁਐਸਚਨ ਆਪਾਂ ਨੂੰ ਪੁੱਛਿਆ ਜਾ ਸਕਦਾ ਕਿ ਨੈਚੁਰਲ ਨੰਬਰ ਦਾ ਯੂਨਿਟ ਕਿੰਨਾ ਹੋਏਗਾ ਇੰਟੀਜਰ ਦਾ ਯੂਨਿਟ ਇੱਕ ਤਾਂ ਹੋਏਗਾ ਹੀ ਹੋਏਗਾ ਹੋਰ ਕੀ ਹੋਏਗਾ कि जीरो होएगी जीरो यूनिट होएगी नो एक 1 होएगा एक -1 आ दोनों की होणगे यूनिट होणगे ਇਹਦੇ ਵਿੱਚ ਇੰਟੀਜਰ ਨੈਚੁਰਲ ਨੰਬਰ ਦੇ ਵਿੱਚ ਓਨਲੀ 1 ਇੰਟੀਜਰ ਦੇ ਵਿੱਚ 1 -1 ਠੀਕ ਹੈ ਜੀ प्राइम नंबर सब पता ही है की होंगे है ना जी प्राइम नंबर की होंगे ने ए नॉन जीरो नंबर पहली गल तो कदे भी जीरो नहीं होंगे ए नॉन जीरो नंबर इंटीजर ए नॉन जीरो इंटीजर हो सकता है वेक्टर रहेगा ए नॉन जीरो इंटीजर पी प्राइम नंबर को पी ना नोट करते हैं is said to be prime कदों प्राइम बोलांगे if एक तो p की होना चाहिए ग्रेटर दैन 1 a non-zero integer p is said to be a prime number पहला p greater than 1 दूसरा it is divisible by itself only कि अपने आप नाल ही डिवाइड होवे और किसी नाल भी डिवाइड ना
ठीक है जी। 2 3 4 2 3 5 7 8 9 11 13 17 19 ਇਹ ਸਾਰੇ ਕੀ ਨੇ ਆਪਣੇ ਕੋਲ ਪ੍ਰਾਈਮ ਨੰਬਰ। ਇਹ ਦੇਖ ਲਓ ਜੀ ਤੁਸੀਂ, ਸਿਰਫ ਆਪਣੇ ਆਪ ਨਾਲ ਡਿਵਾਈਡ ਹੋ ਰਿਹਾ, ਹੋਰ ਕਿਸੇ ਵੀ ਨੰਬਰ ਨਾਲ ਡਿਵਾਈਡ ਨਹੀਂ ਹੋ ਰਿਹਾ। ਤਾਂ ਇੱਥੋਂ ਇੱਕ ਪ੍ਰਾਈਮ ਨੰਬਰ ਦੇ ਵਿੱਚੋਂ ਇੱਕ ਕੁਐਸਚਨ ਨਿਕਲ ਕੇ ਆਉਂਦਾ ਜੀ। ਕੁਐਸਚਨ ਇਹ ਨਿਕਲਦਾ ਹੈ ਕਿ ਕੋਈ ਐਸਾ ਪ੍ਰਾਈਮ ਦੱਸੋ ਜੋ ਈਵਨ ਹੋਵੇ। ਈਵਨ ਪ੍ਰਾਈਮ ਨੰਬਰ ਜਾਂ ਤਾਂ ਕਿੰਨੇ ਹੋਣਗੇ ਜਾਂ ਫਿਰ ਕਿਹੜਾ ਹੋਏਗਾ। ਈਵਨ ਪ੍ਰਾਈਮ ਨੰਬਰ ਕਿੰਨੇ ਹੋਣਗੇ ਜਾਂ ਫਿਰ ਕਿਹੜਾ ਹੋਏਗਾ। ਦੋ ਕੁਐਸਚਨ ਇੱਥੇ ਆਪਣੇ ਕੋਲ ਬਣਦੇ ਨੇ, ਇੱਕ ਤਾਂ ਕਿੰਨੇ ਹੋਣਗੇ, ਇੱਕ ਕਿਹੜਾ ਹੋਏਗਾ ਪ੍ਰਾਈਮ ਨੰਬਰ ਦੇ ਵਿੱਚ। ਠੀਕ ਹੈ ਜੀ। ਆਪਣਾ ਜਿਹੜੇ ਇਹਦੇ ਆਨਸਰ ਹੋਣਗੇ ਉਹ ਆਨਸਰ ਇਹ ਹੋਣਗੇ ਕਿ ਜਿਹੜੇ ਈਵਨ ਪ੍ਰਾਈਮ ਨੰਬਰ ਹੋਣਗੇ ਉਹ ਇੱਕ ਹੀ ਹੋਏਗਾ ਆਪਣੇ ਕੋਲ। ਪੂਰੇ ਜਿੰਨੇ ਵੀ ਪ੍ਰਾਈਮ ਨੰਬਰ ਨੇ, ਵੈਸੇ ਤਾਂ ਇਨਫਾਈਨਾਈਟ ਨੰਬਰ ਆਫ ਪ੍ਰਾਈਮ ਹੋਣਗੇ, ਬਟ ਉਹਦੇ ਵਿੱਚ ਈਵਨ ਕਿੰਨੇ ਹੋਣਗੇ, ਈਵਨ ਸਿਰਫ ਇੱਕ ਹੋਏਗਾ। ਈਵਨ ਕਿੰਨੇ, ਸਿਰਫ ਇੱਕ ਹੋਏਗਾ। ਔਰ ਕਿਹੜਾ ਹੋਏਗਾ, 2। 2 is the only prime even number। 2 is the only even prime number। ਬਾਕੀ ਸਾਰੇ ਜਿੰਨੇ ਵੀ ਪ੍ਰਾਈਮ ਨੰਬਰ ਹੋਣਗੇ ਔਡ ਹੋਣਗੇ। ਠੀਕ ਹੈ ਜੀ। ਦੋ ਕੁਐਸਚਨ ਇੱਥੋਂ ਨਿਕਲ ਕੇ ਆਉਂਦੇ ਨੇ। ਇਹ ਕੁਐਸਚਨ ਘੁਮਾਇਆ ਜਾ ਸਕਦਾ, ਆਪਾਂ ਉੱਥੇ ਕਨਫਿਊਜ਼ ਹੋ ਸਕਦੇ ਹਾਂ। ਤੁਸੀਂ ਧਿਆਨ ਨਾਲ ਸੁਣੋ ਕੀ ਕਹਿ ਰਹੇ। ਦੋ ਕੁਐਸਚਨ ਬਣਦੇ ਨੇ, ਇੱਕ ਤਾਂ ਕਿੰਨੇ ਹੋਣਗੇ ਈਵਨ ਪ੍ਰਾਈਮ ਨੰਬਰ, ਇੱਕ ਕਿਹੜਾ ਹੋਏਗਾ। ਠੀਕ ਹੈ ਜੀ। ਕਿਹੜੇ ਦੀ ਗੱਲ ਆ ਗਈ ਤਾਂ 2 ਹੋਏਗਾ, ਅਗਰ ਕਿੰਨੇ ਹੋਣਗੇ ਤਾਂ 1 ਹੋਏਗਾ। ਇੱਕੋ ਹੀ ਆ ਦਾ ਪ੍ਰਾਈਮ ਨੰਬਰ ਈਵਨ ਬਣਦਾ। ਠੀਕ ਹੈ ਜੀ। ਕਲੀਅਰ ਦੋਨੋਂ ਕੁਐਸਚਨ, ਇੱਥੇ ਤੱਕ ਕਲੀਅਰ। ਚਲੋ ਜੀ, ਅੱਗੇ ਆਪਾਂ ਗੱਲ ਕਰਦੇ ਹਾਂ ਕੰਪੋਜਿਟ ਨੰਬਰ। ਕੰਪੋਜਿਟ ਨੰਬਰ ਤੁਹਾਨੂੰ ਪਤਾ ਹੀ ਹੈ ਸਭ ਨੂੰ ਜੀ। ठीक है जी। एज ए नंबर, any number which is neither unit, ना तो 1 हो, neither unit nor prime, neither unit nor prime। ना तो प्राइम हो ते ना की होण हो यूनिट हो, यानी कि 1 हो। ठीक है जी। अदर ਜਾਂ ਫਿਰ ਸਿੱਧੇ ਸਿੱਧੇ ਅੱਖਰਾਂ 'ਚ ਆਪਾਂ ਕਹਿ ਸਕਦੇ ਹਾਂ divisible by 1 and itself। मतलब अदर देन ना, divisible by other than 1 and itself। ਜਿਹੜੇ 1 ਜਾਂ itself ਤੋਂ ਬਿਨਾ ਵੀ ਡਿਵਾਈਡ ਹੁੰਦੇ ਹੋਣ ਉਹ ਹੁੰਦੇ ਨੇ ਕੰਪੋਜਿਟ ਨੰਬਰ। ਜਿਵੇਂ ਕੋਈ ਵੀ ਐਗਜ਼ਾਮਪਲ ਆਪਾਂ ਲੈ ਲਈਏ 35 25 90 ਕੁਝ ਵੀ ਬੋਲ ਦੋ 46। ਠੀਕ ਹੈ ਜੀ। ਤਾਂ ਜਿੰਨੇ ਵੀ ਇਹ ਨੰਬਰ ਹੁੰਦੇ ਨੇ ਕੰਪੋਜਿਟ ਨੰਬਰ, ਬਸ 1 ਤੇ itself ਤੋਂ ਬਿਨਾ ਵੀ ਡਿਵਾਈਡ ਹੁੰਦੇ ਹੋਣ। ਜਿਹੜੇ 1 ਤੇ itself ਨਾਲ ਡਿਵਾਈਡ ਹੁੰਦੇ ਨੇ ਉਹ ਤਾਂ ਪ੍ਰਾਈਮ ਨੰਬਰ ਹੋ ਗਏ। ਠੀਕ ਹੈ ਜੀ। ਤਾਂ ਉਹਨਾਂ ਤੋਂ ਬਿਨਾ ਜਿਹੜੇ ਨੰਬਰ ਰਹਿ ਗਏ ਆਪਣੇ ਕੋਲ ਉਹ ਹੁੰਦੇ ਨੇ ਕੰਪੋਜਿਟ ਨੰਬਰ। ਠੀਕ ਹੈ ਜੀ। ਹੋਣਗੇ ਆਲਵੇਜ਼ ਇਹ ਗ੍ਰੇਟਰ ਦੈਨ 1, ਗ੍ਰੇਟਰ ਦੈਨ 1 ਹੋਣਗੇ। 1 ਤੋਂ ਕਦੇ ਵੀ ਛੋਟੇ ਨਹੀਂ ਹੋਣਗੇ ਕੰਪੋਜਿਟ ਨੰਬਰ। ਠੀਕ ਹੈ ਜੀ। 1 ਤੋਂ ਗ੍ਰੇਟਰ। ਕਲੀਅਰ। ਚਲੋ ਜੀ, ਅੱਗੇ ਕੋ ਪ੍ਰਾਈਮ। ਕੋ ਪ੍ਰਾਈਮ ਕਿਹੜੇ ਹੋਣਗੇ, ਅਗਰ ਦੋ ਨੰਬਰਾਂ ਦਾ GCD, ਦੋ ਨੰਬਰਾਂ ਦਾ ਅਗਰ GCD ਕਿੰਨਾ ਹੋ ਗਿਆ 1 ਹੋ ਗਿਆ, ਤਾਂ ਆਪਸ ਵਿੱਚ ਕੋ ਪ੍ਰਾਈਮ ਹੋਣਗੇ। ਜਿਵੇਂ 2 ਤੇ 15 ਲੈ ਲਓ, 2 and 15 ਕੋ ਪ੍ਰਾਈਮ ਨੇ, GCD 1 ਹੈ। 4 15 ਲੈ ਲਓ, ਇਹ ਨੰਬਰ ਕੀ ਨੇ, ਕੋ ਪ੍ਰਾਈਮ ਨੇ, GCD 1 ਆ ਗਿਆ। 7 15 ਲੈ ਲਓ, ਕੋ ਪ੍ਰਾਈਮ ਨੇ। 8 9 ਲੈ ਲਓ, ਕੋ ਪ੍ਰਾਈਮ ਨੇ। ਠੀਕ ਹੈ ਜੀ। ਕੀ ਇਹ ਕੋ ਪ੍ਰਾਈਮ ਨੇ ਜਾਂ ਨਹੀਂ। 17 51 ਇਹਦਾ ਆਂਸਰ ਦੱਸੋ ਕਿ ਕੋ ਪ੍ਰਾਈਮ ਹੈਗੇ ਜੇ ਨਾ ਜਾਂ ਨਹੀਂ ਹੈਗੇ। 17 ਤੇ 51 ਇਹ ਆਪਸ ਦੇ ਵਿੱਚ ਕੋ ਪ੍ਰਾਈਮ ਨੇ ਜਾਂ ਨਹੀਂ, ਯੈਸ ਔਰ ਨੋ। ਦੇਖਦੇ ਹਾਂ ਤੁਹਾਨੂੰ ਕਿੰਨੇ ਕੁ ਸਮਝ ਆ ਗਈ ਕੋ ਪ੍ਰਾਈਮ ਦੀ। 17 ਔਰ 51 ਕੀ ਇਹ ਕੋ ਪ੍ਰਾਈਮ ਨੇ ਜਾਂ ਨਹੀਂ। ਤਾਂ ਤੁਹਾਡਾ ਆਨਸਰ ਹੋਣਾ ਚਾਹੀਦਾ ਨੋ, ਕਿਉਂਕਿ 17 ਤੇ 51 ਦੇ ਵਿੱਚ 17 GCD ਬਣ ਰਿਹਾ ਹੈ। दोनों एक डिवाइड हो रहे ने 17 ਨਾਲ 1 ਵੀ ਤੇ 51। ਠੀਕ ਹੈ ਜੀ। ਤਾਂ ਇਹਨਾਂ ਦਾ ਜਿਹੜਾ ਇਹ ਕੋ ਪ੍ਰਾਈਮ ਨਹੀਂ ਹੈ। ਕੋ ਪ੍ਰਾਈਮ ਉਹ ਹੁੰਦੇ ਨੇ ਜਿਨ੍ਹਾਂ ਦਾ GCD ਹੋਵੇ 1। ਅਗਰ ਆਪਾਂ 17
ਨੂੰ 50 ਨਾਲ ਕਰਾਂਗੇ ਫਿਰ ਇਹ ਆਏਗਾ GCD 1 ਤਾਂ ਇਹ ਹੋ ਜਾਣਗੇ ਕੋਪਰਾਈਮ। ठीक है जी। फिर आ गई ट्विन प्राइम्स। एज ए प्राइम जेडे डिफर हो, डिफर बाय 2 एंड GCD इज 1। GCD 1 होवे तो डिफर हो 2 ना, जिमें 3 ते 5 देखो 2 का डिफरेंस है तो GCD 1। 5 7 और 11 13 17 19 ये किहड़े होंगे सारे ट्विन प्राइम। ठीक है जी। डिफर बाय 2 होण ते GCD भी 1 होवे वो किहड़े हुंदे ने ट्विन प्राइम्स। क्लियर डन हो गया जी ट्विन प्राइम बारे गल। चलिए जी अगे। चलो हुण आपां गल करदे हां परफेक्ट नंबर। परफेक्ट नंबर किस नूं पता जी परफेक्ट नंबर बारे किहड़ा होएगा परफेक्ट नंबर? एनीवन नो अबाउट परफेक्ट नंबर? देखते हैं जी किनू पता परफेक्ट नंबर किनू बोलांगे। तुसीं पहलां कदे पढ़िया होवे सुनिया होवे परफेक्ट नंबर? देखो जी ए नेचुरल नंबर, कोई भी नेचुरल नंबर, a natural number is said to be perfect number। perfect number कदों बोलांगे? perfect number if it is equal to sum of its factors, sum of its factors other than itself, other than itself। ये मतलब बड़ा था। तो मैं एग्जांपल लेके दस देखो 6 नंबर है अपने को 6 के फैक्टर देखो देखो किहड़े किहड़े होणगे 1 होएगा 2 होएगा 3 होएगा इटसेल्फ लेना नहीं फैक्टर अदर दैन इटसेल्फ लेना। 6 ਨੂੰ अगर ਆਪਾਂ ਇਹਦੇ ਫੈਕਟਰ ਦਾ ਸਮ ਕਰਾਂਗੇ ਦੇਖੋ 1 + 2 + 3 ਇਹ ਵੀ 6 ਬਣਦਾ ਤਾਂ ਇਕੁਅਲ ਆ ਗਿਆ। ਫੈਕਟਰ ਦਾ ਸਮ ਅਗਰ ਇਕੁਅਲ ਆ ਜਾਏ ਤਾਂ 6 ਆਪਣੇ ਕੋਲੇ ਕੀ ਹੋ ਗਿਆ परफेक्ट नंबर हो गया, परफेक्ट नंबर हो गया। बस इन्नी की गल हैगी जी परफेक्ट नंबर बारे। अगर ਉਹਦੇ फैक्टर्स ਦਾ ਜਿਹੜਾ ਸਮ ਹੈਗਾ अगर ਉਹਦੇ फैक्टर्स ਦਾ ਸਮ ਆਪਣੇ ਕੋਲ ਕੀ ਆ ਜੇ ਇਕੁਅਲ ਆ ਜੇ ਨੰਬਰ ਦੇ ਤਾਂ ਉਹਨੂੰ ਆਪਾਂ ਬੋਲਾਂਗੇ परफेक्ट नंबर। दसो जी 12 परफेक्ट नंबर हैगा या नहीं? यस और नो? 12 बारे दसो कि ये परफेक्ट नंबर है या नहीं? दसो जी 12 बारे कि ये परफेक्ट नंबर हैगा या नहीं हैगा? करो चेक जी 12 के फैक्टर किहड़े होणगे 1 होएगा 2 होएगा 3 4 6 इन्हां दा तां सम ग्रेटर हो गया 10 13 और 15 16 हो गया तो ये परफेक्ट नंबर नहीं हैगा। चलो जी हुण तुसीं दसो 28 परफेक्ट नंबर है या नहीं? 28 दसो जी परफेक्ट नंबर हैगा या नहीं हैगा? तो चेक करो जी 28 नू 1 फैक्टर हो गया +2 हो गया फैक्टर और किहड़ा बनेगा फैक्टर का 28 का 4 भी बनेगा 7 और 14 आई बने कर लो जी 3 7 7 14 14 14 ये 28 एक ही हो गया जी 28 जिहड़ा हो गया
परफेक्ट नंबर हो गया ये फैक्टर का जो सम है वो नंबर के इक्वल आ गया है ना वो नंबर के इक्वल आ गया चैक करो जी हम 36 नो कि 36 परफेक्ट नंबर है चेक करो जी 36 नो कि ये परफेक्ट नंबर है या नहीं है 36 के फैक्टर देख लो 1 2 3 भी होएगा 4 भी होएगा 6 होएगा उस तो बाद 9 होएगा 9 तो बाद 12 होएगा 18 होएगा बस ਇਹ ਤਾਂ ਆਹੀ ਦੋ ਕਿੰਨੇ ਹੋ ਗਏ 30 39 ਤਾਂ ਇਹ ਕਦੇ ਨਹੀਂ ਹੋ ਸਕਦਾ ਤਾਂ 6 ਐਂਡ 28 ਆਪਾਂ ਦੋ ਇੰਨੇ ਚੈੱਕ ਕਰੇ ਨੇ 6 ਐਂਡ 28 ਦੋਨੋਂ ਹੀ ਪਰਫੈਕਟ ਨੰਬਰ ਵਾਲੇ ਨੇ ਹੋਰ ਵੀ ਹੋਣਗੇ ਤਾਂ ਆਪਾਂ ਚੈੱਕ ਕਿਵੇਂ ਕਰਾਂਗੇ ਉਹ ਤੁਹਾਨੂੰ ਪਤਾ ਲੱਗਣਾ ਜ਼ਰੂਰੀ ਸੀ ਤਾਂ ਉਹ ਆਪਾਂ ਐਵੇਂ ਚੈੱਕ ਕਰਾਂਗੇ ਅਗਰ ਉਹਨਾਂ ਦੇ ਫੈਕਟਰਸ ਦਾ ਸਮ ਉਸੇ ਨੰਬਰ ਦੇ ਕੋਲ ਆ ਗਿਆ ਤਾਂ ਉਹ ਨੰਬਰ ਪਰਫੈਕਟ ਹੋਏਗਾ ਅਦਰਵਾਈਜ਼ ਨੋਟ ਪਰਫੈਕਟ ਕਲੀਅਰ क्लियर हो गया जी इतों तक प्लीज दस दो एक बार कि इतों तक क्लियर हो गया फिर आप थ्योरम्स वाल मूव कर रहे हैं इन्हां दियां प्राइम नंबर दियां थ्योरम्स चलो जी क्लियर डन थ्योरम्स ऑन प्राइम नंबर तो पहली थ्योरम देखते हैं जी आप की है अगर p अपने को कोई प्राइम नंबर है इफ p इज प्राइम नंबर p इज प्राइम नंबर एंड a कोई भी नंबर है वैसे a एंड a इज एनी नंबर है p प्राइम नंबर है a इज एनी नंबर है दैन की होएगा अपने को दो पॉसिबिलिटियां ने या तो p जेड़ा है p डिवाइड करूंगा a नु या तो p डिवाइड से और या फिर p होएगा को प्राइम टू ए या फिर p इज को प्राइम टू a होएगा कोई भी नंबर ले लो जिवें आप p ले लिया 3 फिर प्राइम ले लिया आप प्राइम नंबर 3 ले लिया a आप कुछ भी ले लिया एनी नंबर ले लो 5 ले लो हम देखो 3 p a डिवाइड कर रहे नहीं कर रहे बट फिर की है को प्राइम एक गल तो दोनों च होनी है या तो ये डिवाइड करेगा या फिर को प्राइम जस्ट सिंपल जी एक डेफिनेशन सी ਆਪਾਂ ਨੂੰ ਆਮ ਤੌਰ ਤੇ ਪਤਾ ਹੀ ਹੁੰਦਾ ਹੈ ਕਿ ਪ੍ਰਾਈਮ ਨੰਬਰ ਜਾਂ ਤਾਂ ਕਿਸੇ ਨੰਬਰ ਨੂੰ ਡਿਵਾਈਡ ਕਰੂਗਾ ਅਗਰ ਨਹੀਂ ਡਿਵਾਈਡ ਕਰ ਰਿਹਾ ਤਾਂ ਫਿਰ ਉਹਦਾ ਜੀਸੀਡੀ ਹੋਏਗਾ 1 ਹੋਏਗਾ ਕੋ ਪ੍ਰਾਈਮ ਹੋਏਗਾ ਕੋ ਪ੍ਰਾਈਮ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਜੀਸੀਡੀ 1 ਹੋਵੇ नेक्स्ट थ्योरम एवरी नेचुरल नंबर ग्रेटर देन 1 कोई भी नेचुरल नंबर ग्रेटर देन 1 has a factor prime factor always या at least one prime factor इन्हों हम भी बोल सकते हैं एवरी नेचुरल नंबर ग्रेटर देन हैज एट लेस्ट वन प्राइम फैक्टर किवें ਤੁਸੀਂ ਕੋਈ ਵੀ ਨੈਚੁਰਲ ਨੰਬਰ ਚੱਕ ਲਓ 8 ਚੱਕ ਲਓ 8 ਦਾ 8 ਦੇ ਅਗਰ ਫੈਕਟਰ ਬਣਾਵਾਂਗੇ ਤਾਂ ਕੀ ਬਣਨਗੇ 1 2 4 ਦੇਖੋ 2 ਇਹਦੇ ਵਿੱਚ ਕੀ ਆ ਰਿਹਾ ਪ੍ਰਾਈਮ ਆ ਰਿਹਾ ठीक है जी कोई भी नेचुरल नंबर चक लो 9 चक लो 9 के फैक्टर 1 3 3 की आ रहे अपने को प्राइम आ रहे कुछ भी चक लो 16 चक लो 1 2 4 8 टू प्राइम आ रहे मतलब कहने का कि कोई भी नेचुरल नंबर अगर ग्रेटर देन 1 होएगा तो ਉਹਦੇ ਕੋਲੇ मिनिमम एटलीस्ट 1 प्राइम फैक्टर होएगा ही होएगा ठीक है जी ਉਹਦੇ ਕੋਲੇ मिनिमम ਜਾਂ एटलीस्ट 1 प्राइम फैक्टर ऑलवेज होएगा ही होएगा कोई भी नेचुरल नंबर हर एक नेचुरल नंबर ਦੇ ਵਿੱਚ ग्रेटर देन 1 ਹੋਵੇ ਜਿਹੜਾ ਨੰਬਰ ਉਹਦੇ ਕੋਲੇ ਕੀ ਹੋਏਗਾ ਇੱਕ ਪ੍ਰਾਈਮ ਫੈਕਟਰ ਹੋਏਗਾ ਹੀ ਤੇ 1 ਤੇ ਕਿਉਂ ਨਹੀਂ ਕਿਉਂਕਿ ਅਗਰ 1 ਲੈਵਾਂਗੇ ਤਾਂ 1 ਤਾਂ ਪ੍ਰਾਈਮ ਹੁੰਦਾ ਹੀ ਨਹੀਂ 1 ਦੇ ਫੈਕਟਰ ਵੀ 1 ਹੀ ਬਣੇਗਾ ਉਹ ਪ੍ਰਾਈਮ ਹੁੰਦਾ ਨਹੀਂ ਤਾਂ 1 ਤੋਂ ਗ੍ਰੇਟਰ ਨੋਟ ਇਕੁਅਲ ਟੂ 1 ਨਹੀਂ ਹੈਗਾ ਓਨਲੀ 1 ਤੋਂ ਗ੍ਰੇਟਰ अगर 2 लवांगे तो 2 के फैक्टर किहड़े होंगे 1 और 2 तो फिर ये 2 आ गया अपने को प्राइम ठीक है जी चलिए फिर थ्योरम चलो नेक्स्ट थ्योरम अपने को जी हैगी वो है इक्वलिड्स फर्स्ट थ्योरम नेम वाली थ्योरम है इक्वलिड्स फर्स्ट थ्योरम इफ P is a prime number. P की है prime है. P is a prime number and
P डिवाइड कर रही है ए बी, P प्राइम नंबर है एंड P डिवाइड कर रहा है ए बी ਨੂੰ, then रिजल्ट तेरा की होएगा, then इधर एक क्वेश्चन शायद आया हुआ एग्जाम में, then इधर P डिवाइड करेगा या तो A ਨੂੰ और या करेगा B ਨੂੰ, P डिवाइड B, P कोई प्राइम नंबर है एंड P डिवाइड करता है A B ਨੂੰ, then इधर P डिवाइड A और P डिवाइड B। देखो जी किवें, हम P प्राइम नंबर ਆਪਾਂ 2 ही ले लेने, ठीक है, ए बी ਨੂੰ डिवाइड कर रहे हैं, जिन्हें कि इकट्ठा ले लो कोई भी नंबर 20 ले लो, ए बी का जो 20 आ गया, ठीक है जी। ए कितना ले लो हम 4 ले लो, बी कितना ले लो 5 ले लो, तो देखो 2 4 ਨੂੰ डिवाइड कर गया, 2 5 ਨੂੰ डिवाइड नहीं किया, दोनों चो एक ਨੂੰ करना जरूरी सी, ਇਹਨਾਂ ਦੀ ਪ੍ਰੋਡਕਟ ਨੂੰ ਤਾਂ ਕਰ ਗਿਆ 20 ਨੂੰ P ਡਿਵਾਈਡ A B, ਬਟ ਇਹਨਾਂ ਦੇ ਵਿੱਚੋਂ ਇੱਕ ਨੂੰ ਕਰੇਗਾ, ਜਾਂ ਤਾਂ A ਨੂੰ ਕਰੇਗਾ ਜਾਂ B ਨੂੰ ਕਰੇਗਾ, P ਡਿਵਾਈਡ A और P डिवाइड B, अगर A B ਨੂੰ करे तो ਇਹਨੂੰ ਆਪਾਂ ਬੋਲਦੇ ਹਾਂ ਇਕੁਇਲਿਟਸ ਫਸਟ ਥਿਓਰਮ, ठीक है जी, क्लियर। नेक्स्ट आ गया अपने को इक्वलिट सेकंड थ्योरम, वेरी वेरी इंपॉर्टेंट थ्योरम, इक्वलिट थ्योरम ਜਿਹੜੀ ਹੈਗੀ ਹੈ सेकंड थ्योरम, the number of prime, the number of primes is infinite, infinite prime नंबर ਹੁੰਦੇ ਨੇ, ਇਹ ਕੁਐਸਚਨ ਆਇਆ ਹੋਇਆ ਸੀ ਐਗਜ਼ਾਮ ਦੇ ਵਿੱਚ ਕਿ ਪ੍ਰਾਈਮ ਨੰਬਰ ਕਿੰਨੇ ਹੁੰਦੇ ਨੇ, ਤਾਂ ਪ੍ਰਾਈਮ ਨੰਬਰ ਇਨਫਾਈਨਾਈਟ ਹੁੰਦੇ ਨੇ, ਨੰਬਰ ਆਫ ਪ੍ਰਾਈਮਸ ਇਜ਼ ਇਨਫਾਈਨਾਈਟ, ਇਹ ਆਪਾਂ ਨੂੰ ਕਿਹੜੀ ਥਿਓਰਮ ਕਹਿੰਦੀ ਹੈ, ਇਕੁਇਲਿਟ ਸੈਕੰਡ ਥਿਓਰਮ ਕਹਿੰਦੀ ਹੈ, ठीक है जी, क्लियर हो गया, इक्विलिट्स फर्स्ट थ्योरम। चलो जी अगे चलते हैं आप, नेक्स्ट थ्योरम की कहती है, एवरी एवरी ओड प्राइम नंबर, जो एवरी ओड प्राइम नंबर होएगा, एवरी ओड प्राइम नंबर इज ऑफ द फॉर्म, इज ऑफ द फॉर्म 4k माइनस 1 और 4k प्लस 1, ठीक है। एवरी प्राइम नंबर जो होएगा या तो ए स्क्वायर का होएगा 4k माइनस 1 या 4k प्लस 1, ये k इज इंटीजर, k इज इंटीजर, वन पुट करो, वन पुट करा तो 3, वन पुट करा तो 2 पुट कर लो 7, 2 पुट कर लो 9, ਤਾਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਹੀ ਹੋਏਗਾ, ਫਿਰ ਆਪਾਂ ਇੱਥੇ ਪੁੱਟ ਕਰਦੇ ਹਾਂ 1 ਤਾਂ 3 ਤਾਂ ਇਸ ਪਹੁੰਚ ਹੋਏਗਾ, ਫਿਰ ਇਸ ਪਹੁੰਚ ਹੋਏਗਾ, ਇਹ ਤਾਂ ਸੀਗੀ ਕਹਿੰਦੇ ਓਡ ਦੀ ਗੱਲ, ਅਗਰ ਇਨਫਾਈਨਾਈਟ ਪ੍ਰਾਈਮ ਨੰਬਰ ਦੀ ਗੱਲ ਕਰਨੀ ਹੋਵੇ, ਇਨਫਾਈਨਾਈਟ ਪ੍ਰਾਈਮ ਨੰबर ਉਹ ਕਿਹੜੀ ਫਾਰਮ ਚ ਹੋਣਗੇ, 4n plus 3 plus 3, n is integer, n की अपने को integer, where n is integer, clear। डन हो गया जी, चलो जी बस एक्स्ट्रा है जी, इससे अपने को कुछ और नहीं है, अपने को आ गया नेक्स्ट, फाइंड जीसीडी एंड एलसीएम ऑफ 1000 and 1024, ऐसे पे जीसीडी फाइंड कर लो, सब तो पहले जीसीडी फाइंड कर लो, जीसीडी फाइंड कराओ, नॉन डिवीजन मेथड भी ट्राई करने दोनों सवाल को पहले ना हो, तो अपन डायलॉग आंसर कर दिया अपन, बनते जाएगा पहले, बनते जाएगा
कितना आया 24। हम आ की आ जाएगा, आ जाएगा 1000, है ना जी। 1000 अंदर आ गया तो कितने पे जाएगा है 40 पे, कितना आएगा 60, 40 आ 40 माइनस 9 जाएगा। देखो एक से आ गया कितना हम यहाँ पर लिख सकते हैं 1024 में अपन लिख सकते हैं दिस इनटू दिस प्लस रिमाइंडर कितना, फिर क्यों लिखा देंगे यस नो, मतलब लोग की लिख सकते हैं 24 इंटू 41 प्लस रिमाइंडर कितना, फिर 24 लिखा, 24 की लिख सकते हैं 16 इंटू 1 प्लस 8, फिर 16 लिख सकते हैं 16 की लिखाएंगे 8 इंटू 2 प्लस 0, अंडर 0 छोड़ कितना आ गया 8, ये है जी जीसीडी पॉइंट लिख जीसीडी 8 आ गया। अब अपने को एक फार्मूला होता है जीसीडी इनटू एलसीएम इक्वल टू ए ते 1 9 बी दो नंबर, जीसीडी 8 आ गया, एलसीएम फाइंड करना है, ए कितना 1000 एंड 1024, एलसीएम कितना आएगा 1000 into 104 डिवाइड बाय 8, ਇਹਨੂੰ ਸੋਲਵ ਕਰ ਦਿਆ ਜੇ ਇਹਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਟਾਈਪ ਕਰ ਦਿਓ। ਠੀਕ ਹੈ ਜੀ, ਤਾਂ ਇਦਾਂ ਆਪਾਂ GCD ਐਂਡ LCM फाइंड कर सकते। क्लियर हो गया जी, अंडरस्टैंड डन। तो तक सीधा अपना काम आ जाएगा। अपनी क्लास कवर होंगी ठीक, तो अपना सर लगभग ये प्राइम नंबर अपना कंप्लीट हो चुका है। कल आप कॉन्ग्रेंस कॉन्ग्रेंस स्टार्ट करांगे जी नंबर थ्योरी ਦੇ ਵਿੱਚ ਜੀ ਇੰਪੋਰਟੈਂਟ ਕਨਸੈਪਟ ਹੈਗਾ ਕੌਨਗਰੈਂਸ ਦਾ, ਉਹ ਆਪਾਂ ਕੱਲ ਸਟਾਰਟ ਕਰਨਾ ਹੈ। ਅੱਜ ਦਾ ਜਿਹੜਾ ਆਪਣਾ ਕੰਮ ਸੀਗਾ ਸਾਰਾ ਇਹ ਕੰਪਲੀਟ ਹੋ ਚੁੱਕਿਆ ਜੀ। अगर ਤੁਹਾਡੀ ਕਿਸੇ ਦੀ ਕੋਈ ਕੁਐਰੀ ਹੈ ਤਾਂ ਜ਼ਰੂਰ ਪੁੱਛ ਸਕਦੇ ਹੋ, 2-3 ਮਿੰਟ ਹੈਗੇ ਆਪਣੇ ਕੋਲ। अगर प्लीज़ क्लास ਨੂੰ शेयर जरूर करा करो जी अपने फ्रेंड्स के नाल। अगर क्लास वधिया लगदी है तो कमेंट भी जरूर फीडबैक जरूर दिया करो अपना, भी तुहाडा एक फीडबैक बहुत जरूरी होंदा है। तो फीडबैक देना ना भुल्लिया करो क्योंकि सिर्फ 1 सेकंड लगता है, क्लास ओवर होंदे होंदे ही तुसीं अपना फीडबैक कमेंट दे विच जाके दे सकते हो। तो फीडबैक अपना जरूर दिया करो ते ज़्यादा तो ज़्यादा शेयर करा करो। लाइक तां चलो हर एक कर ही दिंदा है, बट शेयर ते फीडबैक जरूरी है। कमेंट जरूर करा करो ते फीडबैक अपना जिहड़ा हैगा वो जरूर साझा करा करो। क्लास किवें दी लगी जां कुछ नवां कुछ ऐड करना होवे, कुछ भी सुजैशन भी तुसीं दे सकते हो। ठीक है जी, ਤਾਂ ਤੁਸੀਂ ਉਹ ਜ਼ਰੂਰ ਸਾਂਝਾ ਕਰਿਆ ਕਰੋ ਆਪਣਾ ਫੀਡਬੈਕ ਤੇ ਸ਼ੇਅਰ ਆਪਣੇ ਫਰੈਂਡਸ ਨੂੰ, ਜੋ ਵੀ ਕੋਈ ਪੁੱਛਦਾ ਹੈਗਾ ਕਲਾਸ ਤਾਂ ਆਪਣੀ ਕਲਾਸ ਦੇ ਬਾਰੇ ਤੁਸੀਂ ਜ਼ਰੂਰ ਸੁਜੈਸਟ ਕਰ ਸਕਦੇ ਹੋ, ਆਪਣੇ ਫਰੈਂਡਸ ਨੂੰ ਸ਼ੇਅਰ ਕਰ ਦਿਆ ਕਰੋ। ਵੀ ਜਿੰਨੇ ਜ਼ਿਆਦਾ ਸਟੂਡੈਂਟ ਜੁੜਨਗੇ ਉਨਾ ਹੀ ਆਪਾਂ ਨੂੰ ਇੰਟਰਸਟ ਵੀ ਬਣੇਗਾ ਤੇ ਉਨੀ ਹੀ ਆਪਾਂ ਨੂੰ ਕੰਪੀਟੀਸ਼ਨ ਦਾ ਵੀ ਪਤਾ ਚੱਲੇਗਾ। ਚਲੋ ਠੀਕ ਹੈ ਜੀ, ਮਿਲਦੇ ਹਾਂ ਕੱਲ ਫਿਰ ਨਿਊ ਕਲਾਸ ਦੇ ਨਾਲ ਕਾਂਗਰਸ ਟੌਪਿਕ ਦੇ ਨਾਲ। ਟੇਕ केयर, बाय बाय।